बाबा मणि सिंह बाबा भगवान सिंह जी ਵੱਲੋਂ ਆਪ ਦਾ ਚਰਨ ਸੇਵਕ ਪੂਰਨ ਸਿੰਘ ਸੇਵਕ ਵੱਲੋਂ ਆਪ ਜੀ ਨੂੰ ਹੱਥ ਜੋੜ ਕਰ ਨਮਸਕਾਰ ਪ੍ਰਵਾਨ ਹੋਵੇ ਜੀ। ਆਪ ਜੀ ਦੀ ਚਿੱਠੀ 16 ਜੇਠ ਨੂੰ ਮਿਲ ਗਈ। ਪਹਿਲੀ ਜੇਠ ਵਾਲੀ ਚਿੱਠੀ 'ਚ ਲਿਖਿਆ ਸੀ ਕਿ ਜੋ ਵੀ 5ਵੀਂ ਜੇਠ ਨੂੰ ਹੋਇਆ ਸਾਨੂੰ ਦੱਸਿਓ ਜ਼ਰੂਰ। ਔਰ ਚਿੱਠੀ ਫਿਰ ਇਥੋਂ ਕਲਸੀਆਂ ਤੋਂ ਗਈ ਔਰ ਮਹਾਰਾਜ ਕਹਿੰਦੇ 16 ਜੇਠ ਨੂੰ ਤੁਹਾਡੀ ਚਿੱਠੀ ਮੈਨੂੰ ਮਿਲ ਗਈ ਸੀ। 16 ਜੇਠ ਨੂੰ ਮਿਲ ਗਈ ਸੀ। ਸਭ ਸੰਗਤ ਦੀ ਆਵਾਜਾਈ ਦਾ ਪਤਾ ਲੱਗ ਗਿਆ ਹੈ ਜੀ। ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ। ਧਿਆਨ ਨਾਲ ਸੁਣ ਲਿਓ ਸਾਰੇ ਮੇਰੇ ਭੈਣ ਭਰਾ, ਜਿਹੜਾ ਅੱਜ ਦੇ ਦਿਨ ਨਾਲ ਆਪਾਂ ਮਹਾਰਾਜ ਦੀ ਦਾਸ ਨਾਲ ਸੰਬੰਧਿਤ ਬਚਨ ਕਰ ਰਹੇ। ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਜੀ ਕਿ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ ਵਾਰ-ਵਾਰ ਮਹਾਰਾਜ ਸ਼ੇਰ ਸਿੰਘ ਨੂੰ ਕਹਿ ਰਹੇ, ਸੱਚੇ ਪਿਤਾ ਦੇ ਸੱਚਾ ਪਾਤਸ਼ਾਹ ਕਹਿ ਰਹੇ ਹਨ। ਸੱਚੇ ਪਾਤਸ਼ਾਹ ਨੇ ਬੇਬੇ ਬੰਸੋ ਨੂੰ 5ਵੀਂ ਜੇਠ ਨੂੰ ਆਪਣਾ ਆਪ ਦੇ ਦਿੱਤਾ ਹੈ ਜੀ। ਇਹ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਨੇ ਪੱਤਰ ਤੇ ਲਿਖਿਆ ਇਹ ਲਿਖਿਆ ਮਹਾਰਾਜ ਜਗਤਾਰ ਸਿੰਘ ਦੇ ਜਨਮ ਬਾਰੇ, ਕਿਉਂਕਿ 5ਵੀਂ ਜੇਠ ਨੂੰ ਹੋ ਗਿਆ ਸੀ ਜਾਮਾ, ਨਾਮ ਰੱਖ ਦਿੱਤਾ ਸੀ। ਫਿਰ ਲਿਖਤ 'ਚ ਵੀ ਆਉਂਦਾ 5ਵੀਂ ਜੇਠ ਦਾ ਜਾਮਾ। ਔਰ ਉਹ ਮਹਾਰਾਜ ਹੁਣੀ ਲਿਖ ਰਹੇ ਕਿ 16 ਜੇਠ ਨੂੰ ਤੁਹਾਡੀ ਚਿੱਠੀ ਮੈਨੂੰ ਮਿਲ ਗਈ, ਤੁਸੀਂ ਮੈਨੂੰ ਸਾਰਾ 5ਵੀਂ ਜੇਠ ਦਾ ਜਿਹੜਾ ਹਵਾਲਾ ਸੀ ਦੱਸ ਦਿੱਤਾ ਕਿ 5ਵੀਂ ਜੇਠ ਨੂੰ ਕਿੰਨੀ ਸੰਗਤ ਆਈ ਸੀ, ਕੀ ਵਿਹਾਰ ਹੋਇਆ, ਸਾਰਾ ਹਵਾਲਾ ਦੱਸ ਦਿੱਤਾ। ਫਿਰ ਅੱਗੋਂ ਮਹਾਰਾਜ ਪੂਰਨ ਸਿੰਘ ਹੁਣੀ ਚਿੱਠੀ ਬਾਰੇ ਦੱਸ ਰਿਹਾ, ਲਿਖ ਕੇ ਭੇਜਿਆ ਪੱਤਰ ਕਿ 16 ਜੇਠ ਨੂੰ ਤੁਹਾਡਾ ਮੈਨੂੰ ਪੱਤਰ ਮਿਲਿਆ। ਉਹਦੇ ਜਵਾਬ 'ਚ ਫੇਰ ਆ ਰਿਹਾ ਕਿ ਕੀ ਲਿਖ ਰਿਹਾ ਕਿ ਸੱਚੇ ਪਾਤਸ਼ਾਹ ਨੇ ਬੇਬੇ ਬੰਸੋ ਨੂੰ 5ਵੀਂ ਜੇਠ ਨੂੰ ਆਪਣਾ ਆਪ ਦੇ ਦਿੱਤਾ ਹੈ। ਪਰ ਸ਼ੇਰ ਸਿੰਘ ਜੀ ਨੇ ਆਪਣਾ ਆਪ ਦੇ ਦਿੱਤਾ 5ਵੀਂ ਜੇਠ ਨੂੰ। ਉਹੀ ਖੂਨ ਦੇ ਬਦਲੇ ਘਰ 'ਚ ਬੀਬੀ ਭਾਨੀ ਵਾਲਾ ਬਚਨ, ਉਹਨਾਂ ਦੇ ਪਿਤਾ ਗੁਰੂ ਅਮਰਦਾਸ ਜੀ ਵਾਲਾ ਬਚਨ, ਵੇਖੋ ਕਿੱਥੋਂ ਲੜੀ ਜੁੜੀ ਕੀ ਇਹਨੂੰ ਚੱਲੀ ਹੈ। ਤੇ ਖੂਨ ਦੇ ਬਦਲੇ ਉਹਨਾਂ ਕਹੇ ਚੀਜ਼ ਮਿਲਦੀ ਹੈ, ਪ੍ਰਾਪਤ ਹੁੰਦੀ ਹੈ, ਖੂਨ ਦੇਣਾ ਪੈਂਦਾ ਜੀ, ਉਦਾਂ ਨਹੀਂ ਮਿਲਦੀ। ਤੇ ਇੱਥੇ ਵੇਖੋ ਇਹ ਸੀ ਮੋਤਾ ਸਿੰਘ ਦੀ ਦਾਤ। ਇਸ ਦਾ ਭੇਦ ਸਮੇਂ ਸਿਰ ਆਪ ਦੱਸ ਦੇਣਗੇ। ਮੈਂ ਇਸੇ ਕਾਰਨ ਪੁੱਛਦਾ ਸੀ। ਸਾਹਿਬਜ਼ਾਦੇ ਦਾ ਨਾਮ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਜਗਤਾਰ ਸਿੰਘ ਰੱਖ ਦੇਣਾ। ਉੱਤੇ ਲਿਖਿਆ ਕਿ ਸੱਚੇ ਪਾਤਸ਼ਾਹ ਨੇ ਆਪਣਾ ਆਪ ਦੇ ਦਿੱਤਾ ਬੇਬੇ ਬੰਸੋ ਨੂੰ। 5ਵੀਂ ਜੇਠ ਹੈ ਇਸ ਨੂੰ 2004 ਨੂੰ ਜਿਹੜਾ ਹੈ। ਤੇ ਫਿਰ ਥੱਲੇ ਲਿਖ ਰਹੇ ਨੇ ਫਿਰ ਕਿ ਸਾਹਿਬਜ਼ਾਦੇ ਦਾ ਨਾਮ ਜਿਹੜਾ ਆ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਰੱਖ ਦੇਣਾ। ਜੇ ਆਪਾਂ ਦੋਵਾਂ ਨੂੰ ਸਮਝੀਏ ਤੇ ਅੱਗੇ ਥੋੜਾ ਹੋਰ ਪੜ੍ਹਦੇ ਆਪਾਂ ਨੂੰ ਹੋਰ ਸਮਝ ਲੱਗੂ। ਰੱਖ ਦੇਣਾ ਹੁਕਮ ਅਨੁਸਾਰ ਜਗਤਾਰ ਸਿੰਘ ਰੱਖ ਦੇਣਾ। ਮੇਰੇ ਵੱਲੋਂ ਮਾਤਾ ਹੋਰੀ ਤੇ ਬੇਬੇ ਬੰਸੋ ਨੂੰ ਸਾਰੇ ਪਰਿਵਾਰ ਨੂੰ ਵਧਾਈ ਹੋਵੇ। ਸੱਚੇ ਪਾਤਸ਼ਾਹ ਦੇ ਬਚਨ ਬਹੁਤ ਹਨ ਅਤੇ ਬੜੇ ਭਿਆਨਕ ਹਨ ਅਤੇ ਹੱਥਾਂ ਨਾਲ ਅਜੇ ਵੀ ਢਾਉਂਦੇ ਹਨ ਅਤੇ ਲੋਕਾਂ ਨੂੰ ਲਲਕਾਰ ਕੇ ਆਖਦੇ ਹਨ, ਅਜੇ ਵੀ ਜਾਗੋ ਅਸੀਂ ਹਾਜ਼ਰ ਜੀ ਅਤੇ ਜੋ ਕੁਛ ਆਖਦੇ ਹਾਂ ਸਭ ਸੱਤ ਹੈ। ਪ੍ਰਵੇਸ਼ ਹੋ ਕੇ ਬਚਨ ਕਰਦੇ ਹਨ। ਇੱਕ ਦਿਨ ਗੁਰਦੁਆਰੇ ਬੈਠਿਆਂ ਹੀ ਪ੍ਰਵੇਸ਼ ਹੋ ਗਏ, ਪਰੰਤੂ ਖਾਸ ਬਚਨ ਨਹੀਂ ਹੋਏ। ਕਾਰਨ ਇਹ ਸੰਗਤ ਨਹੀਂ ਹੁੰਦੀ ਆਪਣੀ। ਇਸ ਕਰਕੇ ਹੋਰ ਆਪ ਜੀ ਨੇ ਛੇਤੀ ਸੁੱਖ ਸਾਂਦ ਦਾ ਪਤਾ ਦਿੰਦੇ ਰਹਿਣਾ ਜੀ। ਮੇਰੇ ਗਰੀਬ ਉਤੇ ਦਇਆ ਤੇ ਮਿਹਰ ਰੱਖਣੀ ਜੀ। ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਣੀ ਜੀ। ਦਿਆਲੂ ਵੀ ਘਟ ਦੀ ਜਾਣਨਹਾਰ ਹਨ ਜੀ। ਬਾਬੇ ਸੋਹਣਾ ਬਾਰੇ ਲਿਖਦੇ, ਦਿਆਲੂ ਵੀ ਘਟ ਦੀ ਜਾਣਨਹਾਰ ਹਨ ਜੀ, ਪਰੰਤੂ ਸੱਚੇ ਪਾਤਸ਼ਾਹ ਦੇ ਸਮਾਂ ਹੁਣ ਸਿਰ ਤੇ ਆਇਆ ਹੀ ਵਿਖਾਉਂਦੇ ਹਨ। ਸ੍ਰਿਸ਼ਟੀ ਦਾ ਨਾਸ ਹੁੰਦਾ ਹੀ ਵਿਖਾਉਂਦੇ ਹਨ। ਪਤਾ ਨਹੀਂ ਕੀ ਭਿਆਨਕ ਸਮਾਂ ਆਵੇਗਾ, ਮਗਰ ਹੁਣ ਵੇਲਾ ਬਾਕੀ ਨਹੀਂ ਜਾਪਦਾ। ਬਾਕੀ ਬਚਨ ਲਿਖਣ ਤੋਂ ਮੈਂ ਡਰ ਜਾਂਦਾ ਹਾਂ ਕਿਉਂਕਿ ਭੇਦ ਖੁੱਲ ਜਾਂਦਾ ਹੈ। ਬਾਕੀ ਮੈਂ ਆਪ ਜੀ ਨੂੰ ਕੀ ਲਿਖ ਸਕਦਾ ਹਾਂ। ਸਭ ਦੁਨੀਆ ਹੁਣ ਆਪੇ ਹੀ ਸਮਝ ਲਵੇਗੀ ਕੀ ਕੁਝ ਹੋਵੇਗਾ। ਸੱਚੇ ਪਿਤਾ ਦੀ ਬੜੀ ਦਇਆ ਹੈ ਕਿ ਕੀ ਕੁਝ ਹੋਵੇਗਾ ਦੁਨੀਆ ਆਪੇ ਸਮਝ ਲਵੇਗੀ। ਸੱਚੇ ਪਿਤਾ ਦੀ ਬੜੀ ਦਇਆ ਹੈ ਅਤੇ ਅਤੁੱਟ ਦਰਸ਼ਨ ਹੁੰਦੇ ਹਨ। ਕੋਈ ਦਿਨ ਖਾਲੀ ਨਹੀਂ ਜਾਂਦਾ। ਇਸ ਕਰਕੇ ਦਿਲ ਬਹੁਤ ਹੀ ਖੁਸ਼ ਰਹਿੰਦਾ ਹੈ। ਪਰੰਤੂ ਮੈਂ ਤੇ ਇਹੀ ਬੇਨਤੀ ਕਰਦਾ ਹਾਂ ਕਿ ਦਇਆ ਕਰਕੇ ਸੱਚੇ ਪਾਤਸ਼ਾਹ ਇਕੱਠ ਰੱਖਣਾ ਅਤੇ ਆਪ ਜੀ ਦੇ ਚਰਨਾਂ ਦੀ ਸੇਵਾ ਬਖਸ਼ਣੀ ਜੀ। ਔਰ ਬਾਬੇ ਭਗਵਾਨ ਸਿੰਘ ਹੋਰਾਂ ਦੇ ਛੋਟੇ ਸਾਹਿਬਜ਼ਾਦੇ ਦੇ ਸੱਚੇ ਪਾਤਸ਼ਾਹ ਬੜੀ ਦਇਆ ਵਿਖਾਉਂਦੇ ਹਨ ਜੀ। ਆਪ ਜੀ ਦੀ ਚਿੱਠੀ ਪੁੱਜਣ ਨਾਲ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ। ਬਾਬੇ ਮੋਤਾ ਸਿੰਘ ਹੋਰਾਂ ਦੇ ਖੂਨ ਨਿਕਲਣ ਦਾ ਮੁੱਲ ਛੇਤੀ ਹੀ ਪੈ ਜਾਵੇਗਾ।
ਭਾਈ ਤੇਜਾ ਸਿੰਘ ਹੁਣਾਂ ਨੂੰ ਫੇਰ ਇਹ ਸੀ ਕਿ ਸਾਨੂੰ ਦੱਸ ਦੇਣੇ ਬਚਨ ਕੀ ਹੋਇਆ 5ਵੀਂ ਜੇਠ ਨੂੰ ਜਿਹੜਾ ਇਹਨਾਂ ਦਾ ਜਾਮਾ। ਫਿਰ ਅੱਗੇ ਚਿੱਠੀ ਦੇ ਵਿੱਚ ਆ ਮੈਂ ਲਾਇਆ, ਮੈਂ ਛੇਤੀ ਛੇਤੀ ਪੜ੍ਹ ਦੇਣਾ, ਸਮਾਂ ਕਾਫੀ ਹੋ ਗਿਆ, ਕਿ ਅੱਗੇ ਕੀ ਲਿਖਿਆ ਫਿਰ, ਕਿਉਂਕਿ ਅਜੇ ਵੀ ਭਰਮ ਸੀ ਕਿ ਪਤਾ ਨਹੀਂ ਇਹ ਕੀ ਵਿਹਾਰ ਹੋਇਆ 5ਵੀਂ ਜੇਠ ਨੂੰ। ਸਾਨੂੰ ਕੋਈ ਸਪਸ਼ਟ ਦੱਸ ਦੇਣਾ ਕਿ ਇਹਨਾਂ ਦੇ ਜਨਮ ਬਾਰੇ ਕੀ ਖੋਜ ਹੈ, ਕਦ ਲਈ 5ਵੀਂ ਜੇਠ ਨੂੰ ਜਾਮਾ ਹੋਇਆ ਮਹਾਰਾਜ ਜਗਤਾਰ ਸਿੰਘ ਦਾ। ਫਿਰ ਅਗਲੀ ਚਿੱਠੀ 'ਚ ਫਿਰ ਲਿਖਿਆ ਉਹਨਾਂ, ਸੋ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਬਾਬਾ ਮਣੀ ਸਿੰਘ ਦੀ ਜੈ, ਬਾਬਾ ਮਣੀ ਸਿੰਘ ਦੀ ਜੈ। ਬਾਬੇ ਸੂਰਤ ਹੋਣਾ ਦਾ ਜਾਮਾ ਸੀ ਪਿਛਲਾ, ਬਾਬੇ ਮਣੀ ਸਿੰਘ ਹੋਣਾ ਵੱਲੋਂ ਆਪ ਜੀ ਦਾ ਚਰਨ ਸੇਵਕ ਪੂਰਨ ਸਿੰਘ, ਜਾਚਕ ਵੱਲੋਂ ਸਭ ਤੋਂ ਆਰੰਭ ਅਧੀਨਗੀ ਸਹਿਤ ਹੱਥ ਜੋੜ ਕੇ ਸਾਹਿਬਜ਼ਾਦਿਆਂ ਦੇ ਪਵਿੱਤਰ ਚਰਨ ਕਮਲਾਂ ਵਿੱਚ ਨਮਸਕਾਰ ਪ੍ਰਵਾਨ ਹੋਵੇ। ਹੁਣ ਜਿਹੜੇ ਸਾਹਿਬਜ਼ਾਦਿਆਂ ਦੀ ਨਿੰਦਿਆ ਕਰਦੇ ਉਹ ਸੱਚਖੰਡ ਦਾ ਜੇ ਬਵਾਨ ਲਿਖਣ ਤੇ ਆਊ ਉਹਨਾਂ ਨੇ, ਜਿਹੜੇ ਕਹਿੰਦੇ ਸਾਹਿਬਜ਼ਾਦਿਆਂ ਦੇ ਹੁਕਮ ਨਹੀਂ ਮੰਨੇ, ਸਾਹਿਬਜ਼ਾਦੇ ਦੇ ਇਦਾਂ ਸੀ, ਸਾਹਿਬਜ਼ਾਦੇ ਦੇ ਉਦਾਂ ਸੀ, ਕੋਈ ਉਹਦਾ ਧੀ ਪੁੱਤ ਨਹੀਂ ਗਾ, ਉਹਦਾ ਕੋਈ ਪਰਿਵਾਰ ਨਹੀਂ, ਮਹਾਰਾਜ ਸ਼ੇਰ ਸਿੰਘ ਦਾ ਕੋਈ ਨਹੀਂ ਹੈਗਾ ਉਹਦਾ। ਤੇ ਤੁਹਾਡੇ ਸਾਹਮਣੇ ਆਪਾਂ ਸਾਰੇ, ਤੁਸੀਂ ਵੀ ਪਰਿਵਾਰ ਜੇ ਤੇ ਅਸੀਂ ਵੀ ਪਰਿਵਾਰ, ਸਾਹਮਣੇ ਤੇ ਖਲੋਤਾ ਸਾਰਾ ਪਰਿਵਾਰ। ਅੱਜ ਸਬੰਧ ਸੇ ਇੱਥੇ ਸਾਰਾ ਉਹਨਾਂ ਦੀ ਕੋਲਿਆ ਤੇ ਮਹਾਰਾਜ ਨੇ ਦੇਖੋ ਲਿਖ ਰਿਹਾ ਕਿ ਹੱਥ ਜੋੜ ਕੇ ਅਧੀਨਗੀ ਸਹਿਤ। ਦਿਆਲੂ ਜੀ ਸੇਵਕ ਸਦਾ ਹੀ ਆਪ ਜੀ ਦੇ ਸ਼ੁਭ ਦਰਸ਼ਨ ਅਤੇ ਚਰਨ ਧੂੜ ਦਾ ਭਿਖਾਰੀ ਹੈ ਜੀ, ਅਤੇ ਹਮੇਸ਼ਾ ਆਪ ਦੇ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਲੱਗੀ ਰਹਿੰਦੀ ਹੈ। ਦੇਖੋ ਸੁਰਤੀ ਦੀ ਗੱਲ ਕਰ ਰਹੇ ਮਹਾਰਾਜ ਜੀ ਕਿ ਆਪ ਜੀ ਦੇ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੇਰੀ ਸੁਰਤ ਲੱਗੀ ਰਹਿੰਦੀ, ਹਮੇਸ਼ਾ ਵਾਸਤੇ ਲੱਗੀ ਰਹਿੰਦੀ ਹੈ। ਕਿਉਂਕਿ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਨਾਲ ਆਤਮਾ ਮੇਰੀ ਸਮਝ ਚੁੱਕੀ ਹੈ, ਪਿਤਾ ਦੀ ਮਿਹਰ ਨਾਲ ਪ੍ਰੇਮ ਭਾਵ ਭਗਤੀ ਦਾ ਪੂਰਨ ਅਭਿਆਸ ਹੋ ਗਿਆ ਹੈ। ਆਤਮਾ ਹਮੇਸ਼ਾ ਕਵਲ ਦੀ ਨਿਆਈ ਅਡੋਲ ਰਹਿੰਦੀ ਹੈ ਅਤੇ ਹਮੇਸ਼ਾ ਹੀ ਈਸ਼ਰ ਦੀ ਸੂਖਮ ਅਤੇ ਨਿਰਾਲੀ ਜੋਤ ਦੇ ਨਾਲ ਆਨੰਦ ਚਿੱਤ ਰਹਿੰਦੀ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਨਾ ਉੱਥੇ ਆਉਂਦਾ ਲਿਖਿਆ, ਘੁੰਡੋਂ ਅੱਗੇ ਜਿਹੜਾ ਪਿੰਡ ਹੈ ਸੱਚੀ ਰੂਹ ਦਾ ਪਿੰਡ, ਜਿਉਂ ਘੁੰਡੋਂ ਚੱਲ ਪੂਰਨ ਜੇਠੂ ਵਾਲੋਂ ਲਿਆ ਪਰਨਾਈ ਹੈ। ਇਹ 13 ਨੰਬਰ ਗ੍ਰੰਥ ਜਿੰਨਾ ਪੜ੍ਹੀ ਲਿਖਿਆ। ਇੱਥੇ ਵੀ ਸੱਚੇ ਪਾਤਸ਼ਾਹ ਲਿਖ ਰਹੇ ਕਿ ਮੇਰੀ ਆਤਮਾ, ਮਹਾਰਾਜ ਪੂਰਨ ਸਿੰਘ ਜੀ ਕਹਿ ਰਹੇ ਮੈਂ ਆਤਮ ਸਰੂਪ ਆ, ਹੰਗ ਸਰੂਪ ਆ ਤੇ ਜੋਤ ਸਰੂਪ। ਮਹਾਰਾਜ ਸ਼ੇਰ ਸਿੰਘ ਲਿਖ ਰਹੇ ਉਹਨਾਂ ਨੇ ਕਿ ਉਹ ਜੋਤ ਸਰੂਪ ਆ, ਉਹਦੀ ਜੋਤ ਦੇ ਨਾਲ ਮੈਂ ਆਨੰਦ ਚਿੱਤ ਰਹਿਣਾ, ਕਬਲ ਦੀ ਨਿਆਈ ਮੇਰੀ ਆਤਮਾ ਖਿੜੀ ਰਹਿੰਦੀ, ਉਹਦੀ ਜੋਤ ਦਾ ਮੈਨੂੰ ਆਸਰਾ। ਮੈਂ ਆਤਮ ਸਰੂਪ ਆ, ਉਹ ਜੋਤ ਸਰੂਪ ਆ। ਸਭ ਖੋਲ ਕੇ ਮਹਾਰਾਜ ਨਾਲ ਰੱਖ ਦਿੱਤੇ ਭੇਦ, ਕੋਈ ਨਹੀਂ ਕਸਰ ਛੱਡੀ। ਔਰ ਬਾਣੀ 'ਚ ਵੀ ਲਿਖਿਆ ਕਿ ਰੂਹ ਸੱਚੀ ਜਿਸ ਨੂੰ ਮੈਂ ਅਪਣਾਇਆ, ਜਿਉਂ ਘੁੰਡੋਂ ਚੱਲ ਪੂਰਨ ਜੇਠੂ ਵਾਲੋਂ ਲਿਆ ਪਰਨਾਈ ਆ। ਇਹ ਖੇਲ ਛੂੰ ਛਾਂ ਦੀ ਛਿਨ ਵਿੱਚ ਆਪਣੀ ਕਾਰ ਭਗਤਾਈ ਆ। ਮਹਾਰਾਜ ਕਹਿੰਦੇ 32 ਸਾਲ ਜਿਹੜਾ ਲੈਣਾ ਦੇਣਾ ਸੀ, ਇਹਦੇ ਖੇਲ ਛੂੰ ਛਾਂ ਦੀ ਖੇਲ ਸੀ। ਮੈਂ ਛਿਨ ਤੋਂ ਸਾਰੇ ਲੈਣੇ ਦੇਣੇ ਭਗਤਾ ਕੇ ਤੇ ਦੇ ਦਿੱਤੇ ਸਾਰੇ ਜੋ ਵੀ ਦੇਣੇ ਸੀ। 13 ਨੰਬਰ ਗ੍ਰੰਥ ਜਿਹਾ ਲਿਖਤ ਜੇ ਸਾਰਾ ਚੱਲਦਾ ਵੇਰਵਾ। ਔਰ ਸੂਖਮ ਅਤੇ ਨਿਰਾਲੀ ਜੋਤ ਦੇ ਨਾਲ ਆਨੰਦ ਚਿੱਤ ਰਹਿੰਦੀ ਹੈ। ਧੰਨ ਹੈ ਮੇਰਾ ਪਿਤਾ ਜਿਹੜਾ ਅਜਿਹੇ ਟਾਈਮਾਂ ਤੇ ਔਕੜਾਂ ਜੰਗਲਾਂ ਪਹਾੜਾਂ ਵਿੱਚ ਵੀ ਦਿਨ ਰਾਤ ਦਰਸ਼ਨ ਦੇਣੇ ਨਹੀਂ ਭੁੱਲਦੇ। ਬੱਚਿਆਂ ਵਾਂਗੂ ਲੋਰੀਆਂ ਦੇ ਕੇ ਅਤੁੱਟ ਦਰਸ਼ਨ ਦਿੰਦੇ ਹਨ ਜੀ, ਜਿਸ ਕਰਕੇ ਦਿਲ ਬਹੁਤ ਹੀ ਖੁਸ਼ ਰਹਿੰਦਾ ਹੈ। ਕਿਉਂਕਿ ਸੂਮ ਪਾਸ ਮਾਇਆ ਵਧੇ ਅਤੇ ਭਗਤ ਨੂੰ ਇਸ ਤਰ੍ਹਾਂ ਭਗਵਾਨ ਦਾ ਚਾਅ ਹੁੰਦਾ ਹੈ, ਜਿੱਦਾਂ ਸੂਮ ਨੂੰ ਹੁੰਦਾ ਕਿ ਮੇਰੇ ਕੋਲ ਮਾਇਆ ਜੁੜੀ ਰਵੇ, ਕਿ ਖੁੱਸੇ ਨਾ ਮੇਰੇ ਕੋਲ ਵੱਧਦੀ ਜਾਵੇ। ਇਦਾਂ ਹੀ ਮਹਾਰਾਜ ਕਹਿੰਦੇ ਕਿ ਜਿਹੜਾ ਭਗਤ ਹੁੰਦਾ ਨਾ ਉਹਨੂੰ ਈਸ਼ਵਰ ਦੇ ਦਰਸ਼ਨਾਂ ਦਾ ਇਦਾਂ ਹੀ ਹੁੰਦਾ ਕਿ ਮੈਨੂੰ ਦਰਸ਼ਨ ਉਹਦੇ ਹੁੰਦੇ ਨੇ। ਸੂਮ ਨੂੰ ਮਾਇਆ ਦਾ ਹੁੰਦਾ। ਅਤੇ ਭਗਤ ਨੂੰ ਇਸ ਤਰ੍ਹਾਂ ਭਗਵਾਨ ਦਾ ਚਾਅ ਹੁੰਦਾ। ਬਾਕੀ ਆਪ ਦੀਆਂ ਪਾਪੀਆਂ ਜਿਹੜੀਆਂ ਬੇਬੇ ਬੰਸੋ ਨੇ, ਬਾਕੀ ਆਪ ਦੀਆਂ ਪਾਪੀਆਂ ਜਿਹੜੀਆਂ ਬੇਬੇ ਹਰਬੰਸ ਕੌਰ ਨੇ ਬੜੇ ਪਿਆਰ ਅਤੇ ਵਿਰਾਗ ਨਾਲ ਸੱਚੇ ਪਾਤਸ਼ਾਹ ਦੀ ਜੋਤ ਅੱਗੇ ਹਿਤਕਾਰ ਨਾਲ ਲਿਖੀਆਂ ਹਨ ਚਿੱਠੀਆਂ। ਮਹਾਰਾਜ ਕਹਿੰਦੇ ਜਿਹੜੀਆਂ ਬੇਬੇ ਬੰਸੋ ਨੇ ਲਿਖ ਕੇ ਭੇਜੀਆਂ ਸੱਚੇ ਪਾਤਸ਼ਾਹ ਦੀ ਜੋਤ ਦੇ ਅੱਗੇ ਬੜੇ ਪਿਆਰ ਤੇ ਵਿਰਾਗ ਦੇ ਹਿਤਕਾਰ ਦੇ ਨਾਲ ਲਿਖ ਕੇ ਭੇਜੀਆਂ, ਉਹਦੇ ਬਾਰੇ ਵਚਨ ਕਰ ਰਹੇ। ਉਹਨਾਂ ਚਿੱਠੀਆਂ ਨਾਲ ਕੀ ਹੁੰਦਾ ਪੜ੍ਹਨ ਦੇ, ਮਹਾਰਾਜ ਦੱਸਦੇ ਆ ਸੇਵਕ ਨੇ ਪੜ੍ਹੀਆਂ ਹਨ ਜੀ। ਫਿਰ ਕਹਿੰਦੇ ਕਿ ਮੈਂ ਸੇਵਕ ਨੇ ਉਹ ਚਿੱਠੀਆਂ ਪੜ੍ਹੀਆਂ ਹਨ ਜਿਹੜੀਆਂ ਬੇਬੇ ਬੰਸੋ ਨੇ ਲਿਖੀਆਂ ਹਨ।
ਜਿਨ੍ਹਾਂ ਨੂੰ ਖੋਲ ਕੇ ਪੜ੍ਹਨ ਨਾਲ, ਕਿ ਜਿਨ੍ਹਾਂ ਚਿੱਠੀਆਂ ਨੂੰ ਖੋਲਿਆ ਤੇ ਮੈਂ ਪੜ੍ਹਿਆ, ਪੜ੍ਹਨ ਨਾਲ ਸਾਰੇ ਦਿਨ ਦੇ ਥੱਕੇ ਟੁੱਟੇ, ਸਾਰੇ ਦਿਨ ਦੇ ਥੱਕੇ ਟੁੱਟੇ ਅਤੇ ਰੁੱਸੇ ਦਿਲ ਵਿੱਚ ਗੁਦਗਦੀ ਪੈਦਾ ਹੋ ਗਈ, ਕਿ ਮੇਰੇ ਦਿਲ ਦੇ ਵਿੱਚ ਗੁਦਗਦੀ ਪੈਦਾ ਹੋ ਗਈ, ਥੱਕਿਆ ਟੁੱਟਿਆ ਹੁੱਸਿਆ ਸਾਰੇ ਦਿਨ ਦਾ। ਲੇਕਿਨ ਜਦੋਂ ਮੈਂ ਚਿੱਠੀਆਂ ਵਿਰਾਗ ਤੇ ਪਿਆਰ ਵਾਲੀਆਂ ਜਿਹੜੀਆਂ ਜੋਤ ਨੂੰ ਮੁੱਖ ਰੱਖ ਕੇ ਲਈਆਂ ਬੇਬੇ ਬੰਸੋ ਨੇ, ਸੱਚੇ ਪਾਤਸ਼ਾਹ ਦੀ ਜਦੋਂ ਮੈਂ ਪੜ੍ਹੀਆਂ ਤੇ ਮੇਰੇ ਦਿਲ ਦੇ ਵਿੱਚ ਗੁਦਗਦੀ ਪੈਦਾ ਹੋਈ। ਇੰਨਾ ਮੇਰੇ ਅੰਦਰ ਜਿਹੜਾ ਪ੍ਰੇਮ ਪਿਆਰ ਤੇ ਐਸੀ ਗੁਦਗਦੀ ਪੈਦਾ ਹੋਈ ਜਦੋਂ ਮੈਂ ਪੜ੍ਹੀ ਚਿੱਠੀ, ਹੋਈ ਸਾਰੀ ਥਕਾਨ ਟੁੱਟ ਗਈ। ਇੱਕਦਮ ਆਨੰਦ ਨਿਰਮਲ ਆਕਾਸ਼ ਵਿਖਾ ਦਿੱਤਾ, ਕਿ ਚਿੱਠੀ ਪੜ੍ਹਦੇ ਇੱਕਦਮ ਆਨੰਦ ਤੇ ਨਿਰਮਲ ਆਕਾਸ਼ ਮੈਨੂੰ ਨਜ਼ਰ ਆਉਣ ਲੱਗਾ, ਕਿਉਂਕਿ ਜਿਸ ਵਿੱਚ ਬੜੇ ਸ਼ੁਭ ਗੁਣ ਵਾਲੇ ਸ਼ਬਦ ਭਰਪੂਰ ਸਨ। ਤੇ ਜਿਹੜੀ ਚਿੱਠੀ ਬੇਬੇ ਉਹਨਾਂ ਲਿਖੀ ਉਹ 'ਚ ਬੜੇ ਸ਼ੁਭ ਗੁਣ ਵਾਲੇ ਸ਼ਬਦ ਭਰਪੂਰ ਸੀ। ਚਿੱਠੀ ਦੇ ਵਿੱਚ ਚਿੱਠੀ ਭਰੀ ਪਈ ਸੀ ਸ਼ੁਭ ਗੁਣ ਵਾਲੇ ਸ਼ਬਦਾਂ ਦੇ ਨਾਲ। ਜਿਹੜੀ ਚਿੱਠੀ ਮੈਨੂੰ ਮਿਲੀ, ਕਹਿੰਦੇ ਜਿਹੜੀ ਮੈਂ ਪੜ੍ਹੀ ਹੈ, ਅਤੇ ਇੱਕ ਲਫ਼ਜ਼ ਵਿੱਚ ਵੀ ਪਾਤਸ਼ਾਹ ਦੀ ਯਾਦ ਕੁੱਟ-ਕੁੱਟ ਕੇ ਭਰੀ ਸੀ। ਤੇ ਜਿਹੜੀ ਬੇਬੇ ਬੰਸੋ ਚਿੱਠੀ ਲੈ ਕੇ ਭੇਜੀ ਆ, ਉਹ ਇੱਕ ਲਫ਼ਜ਼ 'ਚ ਪਾਤਸ਼ਾਹ ਦੀ ਯਾਦ ਕੁੱਟ-ਕੁੱਟ ਕੇ ਭਰ ਕੇ ਭੇਜੀ ਹੈ। ਇੰਨੀ ਯਾਦ ਨਾਲ ਲਿਖੀਆਂ, ਪਿਆਰ ਨਾਲ, ਵਿਰਾਗ ਨਾਲ ਲਿਖੀਆਂ। ਤੇ ਜੋ ਸਰੂ ਬਚਨਾਂ 'ਚ ਵੀ ਆਉਂਦਾ ਕਿ ਬੇਬੇ ਬੰਸੋ ਦੇ ਅੱਗੇ ਖਜ਼ਾਨਾ ਲੁੱਟੀ ਬੈਠੀ ਹੈ, ਸਾਨੂੰ ਲੈ ਗਈ ਜੇ ਬੇਬੇ ਬੰਸੋ, ਸਾਨੂੰ ਲੈ ਗਈ। ਸਾਰਾ ਆਪਾਂ ਵੇਖਿਆ ਜਿਹਨਾਂ ਦੇ ਪਿਆਰ ਦੀ ਸਾਰੀ ਤਾਰ। ਅਤੇ ਪ੍ਰੇਮ ਸਾਗਰ ਨੂੰ ਉਛਾਲਾ ਆ ਗਿਆ ਸੀ। ਮਹਾਰਾਜ ਕਹਿੰਦੇ ਚਿੱਠੀ ਪੜ੍ਹ ਕੇ ਤੇ ਮੇਰਾ ਪ੍ਰੇਮ ਸਾਗਰ ਜਿਹੜਾ ਇਹਨੂੰ ਉਛਾਲਾ ਆ ਗਿਆ। ਮੈਂ ਬੁਲਾਹਾਰ ਹਾਂ ਸੱਚੇ ਪਿਤਾ ਤੋਂ, ਜਿਨ੍ਹਾਂ ਨੇ ਸਾਡੇ ਦਿਲਾਂ ਵਿੱਚੋਂ ਮਾਣ ਤੇ ਹੰਕਤਾ ਦਾ ਵਿਨਾਸ਼ ਕੀਤਾ। ਸਾਡੇ ਦਿਲਾਂ ਚੋਂ ਮਾਣ ਤੇ ਹੰਕਤਾ ਮਹਾਰਾਜ ਸ਼ੇਰ ਸਿੰਘ ਹੀ ਕੱਢ ਸਕਦੇ, ਵਿਨਾਸ਼ ਕਰ ਸਕਦੇ, ਹੋਰ ਨਹੀਂ। ਅਤੇ ਹਰ ਇੱਕ ਦੀ ਰਸਨਾ ਵਿੱਚੋਂ ਹੁਣ ਸਭ ਤੋਂ ਉੱਚਾ ਤੇ ਸੁੱਚਾ ਆਪ ਹੀ ਨਾਮ ਕਢਾਉਂਦੇ ਹਨ। ਮੇਰੇ ਪੂਰੇ ਗੁਰ ਦੀ ਵਡਿਆਈ ਔਰ ਸਾਹਿਬਜ਼ਾਦੇ ਜਗਤਾਰ ਸਿੰਘ ਦਾ ਵੇਰਵਾ ਦੱਸਣ ਯੋਗ ਨਹੀਂ ਹੈ ਜੀ। ਇਹਨਾਂ ਲਿਖ ਕੇ ਭੇਜੀ ਚਿੱਠੀ ਵੀ ਸਾਨੂੰ ਪੂਰਾ ਸਪਸ਼ਟ ਦੱਸੋ ਕੀ ਵਿਹਾਰ ਹੈ, ਪੰਜਵੀਂ ਜੇਠ ਨੂੰ ਕਿਉਂ ਇਹ ਭੁਗਤਾਇਆ ਜੀ ਸਾਡਾ, ਔਰ ਇਹ ਕੀ ਵਿਹਾਰ ਸੀ, ਦੱਸਣ ਯੋਗ ਨਹੀਂ ਹੈ ਜੀ। ਬੇਸ਼ੱਕ ਸਭ ਦੀ ਆਤਮਾ ਬਹਿਬਲ ਹੋਵੇਗੀ, ਸਾਨੂੰ ਪਤਾ ਲੱਗ ਜਾਵੇ, ਮਗਰ ਇਹ ਬੇਨਤੀ ਕਰਦਾ ਹਾਂ ਕਿ ਮੈਨੂੰ ਪਾਤਸ਼ਾਹ ਦਇਆ ਕਰਕੇ ਸਭ ਕੁਝ ਵਿਖਾਉਂਦੇ ਹਨ। ਫੇਰ ਕਹਿ ਰਹੇ ਕਿ ਬੇਸ਼ੱਕ ਤੁਹਾਡੀ ਆਤਮਾ ਬਹਿਬਲ ਆ, ਕਿ ਸਾਨੂੰ ਸਾਰਾ ਪਤਾ ਲੱਗ ਜਾਵੇ, ਪਰ ਸਾਨੂੰ ਪਤਾ ਲੱਗ ਜਾਵੇ, ਮਗਰ ਇਹ ਬੇਨਤੀ ਕਰਦਾ ਹਾਂ। ਮਹਾਰਾਜ ਕਹਿੰਦੇ ਹੁਣ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਕਿ ਮੈਨੂੰ ਪਾਤਸ਼ਾਹ ਦਇਆ ਕਰਕੇ ਸਭ ਕੁਝ ਵਿਖਾਉਂਦੇ, ਕਿ ਮੇਰੇ ਤੇ ਪਾਤਸ਼ਾਹ ਦਇਆ ਕਰਦੇ, ਮੈਨੂੰ ਸਭ ਕੁਝ ਵਿਖਾ ਰਹੇ ਕੀ ਵਿਹਾਰ ਹੋ ਰਿਹਾ। ਅਤੇ ਪਤਾ ਹੈ ਬਾਕੀ ਜਿਤਨੀ ਮਿਹਰ ਹੈ ਉਤਨਾ ਹੀ ਭੈ ਵਿੱਚ ਰੱਖਦੇ ਹਨ ਜੀ, ਕਿਉਂਕਿ ਚਿੱਠੀਆਂ ਦੇ ਉੱਤੇ ਲਿਖਣ ਵਾਲੀਆਂ ਇਹ ਗੱਲਾਂ ਨਹੀਂ ਹਨ ਜੀ, ਕਿ ਤੁਸੀਂ ਜੋ ਪੁੱਛ ਰਹੇ ਹੋ ਮੈਨੂੰ, ਇਹ ਚਿੱਠੀਆਂ ਤੇ ਲਿਖਣ ਵਾਲੀਆਂ ਗੱਲਾਂ ਨਹੀਂ ਗੀਆਂ। ਜਿਹੜੀ ਚੀਜ਼ ਪੁੱਛ ਰਹੇ ਹੋ ਜਾਮੇ ਬਾਰੇ, ਇਹ ਜਾਮਾ ਕਿਸ ਤਰ੍ਹਾਂ ਆਇਆ, ਕੀ ਵਿਹਾਰ ਸੀ, ਸਮੇਂ ਅਨੁਸਾਰ ਆਪਣੇ ਆਪ ਸਾਰੀ ਸ੍ਰਿਸ਼ਟੀ ਉੱਤੇ ਚਾਨਣ ਹੋ ਜਾਵੇਗਾ ਜੀ। ਮਹਾਰਾਜ ਕਹਿੰਦੇ ਕਿ ਇਸ ਵਿਹਾਰ ਬਾਰੇ ਤੁਹਾਨੂੰ ਸਮੇਂ ਅਨੁਸਾਰ ਸਾਰੀ ਸ੍ਰਿਸ਼ਟੀ ਦੇ ਉੱਤੇ ਇਹਦੇ ਬਾਰੇ ਚਾਨਣ ਹੋ ਜਾਊਗਾ। ਜਦੋਂ ਸਮਾਂ ਆਊਗਾ, ਹੁਣ ਨਹੀਂ ਤੁਹਾਨੂੰ ਪਤਾ ਲੱਗਣਾ ਇਸ ਚੀਜ਼ ਦਾ, ਵੀ ਸਾਰਾ ਕੁਝ ਤੁਹਾਨੂੰ ਚਿੱਠੀ ਤੇ ਲਿਖ ਕੇ ਭੇਜ ਦਿਆਂ। ਕਿਉਂਕਿ ਅਗਰ ਮੈਂ, ਕਿਉਂਕਿ ਇੱਥੇ ਲਿਖਿਆ ਨਾ ਵੀ ਤੁਸੀਂ ਪੁੱਛਦੇ ਜੇ ਵੇਰਵਾ ਸਾਹਿਬਜ਼ਾਦੇ ਜਗਤਾਰ ਸਿੰਘ ਬਾਰੇ, ਦੱਸਣ ਯੋਗ ਨਹੀਂ, ਅਜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂਕਿ ਅਗਰ ਮੈਂ ਏਡੀਆਂ ਵੱਡੀਆਂ ਗੱਲਾਂ ਲਿਖਾਂ, ਇਹ ਵੱਡੀਆਂ ਗੱਲਾਂ ਨੇ ਬਹੁਤ ਜਿਹੜੀਆਂ ਤੁਸੀਂ ਪੁੱਛ ਰਹੇ ਜੇ ਮੈਨੂੰ, ਤੇ ਚਿੱਠੀਆਂ ਤੇ ਲਿਖਣ ਵਾਲੀਆਂ ਨਹੀਂ, ਨਾ ਤੁਹਾਨੂੰ ਦੱਸਣੀਆਂ ਨਹੀਂ। ਜੇ ਮੈਂ ਇਹ ਏਡੀਆਂ ਵੱਡੀਆਂ ਗੱਲਾਂ ਲਿਖਾਂ ਤੇ ਮਹਾਰਾਜ ਕਹਿੰਦੇ ਆ ਵੱਡੀਆਂ ਬੋਝ ਹੁੰਦਾ ਭੇਦ ਵਾਲੀਆਂ ਰਾਜ, ਜਿਹੜਾ ਬੋਝ ਜਿਹੜਾ ਆ, ਆਪਾਂ ਕਹਿੰਦੇ ਵੀ ਇਹਦਾ ਬੋਝ ਕੀ ਹੈ, ਕੀ ਭੇਦ ਹੈ ਇਹਦਾ ਵਿੱਚ, ਇਹਦੇ ਜਿਹੜਾ ਸਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਵੱਡੀਆਂ ਬੋਝ ਗੱਲਾਂ ਲਿਖਾਂ ਤੇ ਪਤਾ ਨਹੀਂ ਮੇਰਾ ਦਿਲ ਕਿਸ ਵੇਲੇ ਇਸ ਭੁਲੇਖੇ ਅਤੇ ਮਾਣ ਵਿੱਚ ਆ ਜਾਵੇ ਕਿ ਮੈਂ ਇਸ ਤਰ੍ਹਾਂ ਹਾਂ। ਤੇ ਅਸੀਂ ਤੇ ਮਾਣ, ਤੁਰੇ ਹੀ ਮਾਣ 'ਚ ਫਿਰਦੇ ਸਾਰੀ ਦਿਹਾੜੀ, ਮੈਂ ਕਰਦੇ ਫਿਰਦੇ ਕਿ ਮੈਂ ਇੱਦਾਂ, ਮੈਂ। ਤੇ ਮਹਾਰਾਜ ਕਹਿੰਦੇ ਮੈਂ ਇਹ ਲਿਖਦਾ ਕਿ ਕਿਤੇ ਭੁਲੇਖੇ ਅਤੇ ਮਾਣ ਵਿੱਚ ਆ ਜਾਵੇ, ਕਿਤੇ ਮੈਂ ਭੁਲੇਖੇ ਤੇ ਮਾਣ ਵਿੱਚ ਨਾ ਆ ਜਾਵੇ ਕਿ ਮੈਂ ਇਸ ਤਰ੍ਹਾਂ ਹਾਂ ਜੀ, ਵੀ ਮੈਨੂੰ ਇੰਨਾ ਸਾਰਾ ਪਤਾ ਹੈ ਤੇ ਮੈਂ ਕਿਤੇ ਇਸ ਭੁਲੇਖੇ 'ਚ ਮਾਣ 'ਚ ਨਾ ਆ ਜਾਵੇ। ਡਰਨ ਦੀ ਲੋੜ ਆ, ਸਤ ਕਰਨ ਦੀ ਲੋੜ ਆ ਮਹਾਰਾਜ ਦੇ ਚਰਨਾਂ 'ਚ। ਇਸ ਵਾਸਤੇ ਮੈਂ ਇੱਕ ਸੇਵਕ ਹਾਂ। ਫਿਰ ਪਾਤਸ਼ਾਹ ਵੇਖੋ ਕਿੱਡੀ ਨਿਮਰਤਾ 'ਚ ਲਿਖਦੇ ਕਿ ਇਸ ਵਾਸਤੇ ਮੈਂ ਇੱਕ ਸੇਵਕ ਹਾਂ ਮਹਾਰਾਜ ਦਾ।
ਸੇਵਕ ਹਾਂ ਤੇ ਸੱਚੇ ਪਾਤਸ਼ਾਹ ਮੇਰੇ ਤਨ ਤੋਂ ਆਪਣੀ ਸੇਵਾ ਲੈ ਰਹੇ ਹਨ। ਇਹ ਮਹਾਰਾਜ ਜੀ ਮੇਰੇ ਤਨ ਤੋਂ ਆਪਣੀ ਸੇਵਾ ਲੈ ਰਹੇ ਨੇ। ਮੈਂ ਹਮੇਸ਼ਾ ਹੀ ਉਹਨਾਂ ਤੋਂ ਦਇਆ ਮੰਗਦਾ ਹਾਂ ਜੀ। ਤੇ ਅਸੀਂ ਕੀ ਕਰਦੇ ਫਿਰਦੇ? ਸਾਡੇ ਚ ਇੰਨੇ ਔਗਣ ਆ, ਐਬ ਆ, ਸੁਰਤ ਸਾਡੀ ਭਟਕਦੀ ਫਿਰਦੀ ਆ, ਮਨ ਦੇ ਵਿੱਚ ਸਾਡੇ ਵਕਾਰ ਆ, ਦਿਲ ਚ ਕਾਲਾ ਜਾਲਾ ਲੱਗਾ ਮੈਲ ਆ, ਤੇ ਚੁਗਲੀ ਨਿੰਦਿਆ ਵੈਰ ਵਿਰੋਧ ਸਾਡੇ ਅੰਦਰ ਪ੍ਰਫੁੱਲਤ। ਇਹੀ ਕਮਾਈ ਹੈ ਸਾਡੀ, ਇਹੋ ਕੁਝ ਅਸੀਂ ਕਰ ਰਹੇ ਹਾਂ। ਮੈਨੂੰ ਤੇ ਇਹੋ ਕੁਝ ਜਾਪਦਾ, ਮੇਰੇ ਤੋਂ ਜੇ ਸ਼ੁਰੂ ਹੋ ਜੀ ਆਪਾਂ ਸਾਰੇ ਹੀ ਇਸੇ ਕੰਮ 'ਚ ਲੱਗੇ ਹੋਏ ਹਾਂ ਕਿ ਨਿੰਦਿਆ ਇੱਕ ਦੂਜੇ ਦੀ, ਈਰਖਾ, ਵੈਰ ਵਿਰੋਧ, ਚੁਗਲੀ, ਉਹ ਮਾੜਾ, ਉਹ ਮਾੜਾ, ਉਹ ਮਾੜਾ, ਇਹੋ ਹੀ ਕੁਝ ਕਰੀ ਜਾਂਦੇ। ਦਿਲ 'ਚ ਸਾਡੇ ਜਾਲਾ ਲੱਗਾ ਕਾਲਖ ਦਾ, ਮਨ ਦੇ ਵਿੱਚ ਵਕਾਰ ਬੜੇ ਹੋਏ ਆ, ਸੁਰਤ ਸਾਡੀ ਖੱਜਲ ਹੁੰਦੀ ਫਿਰਦੀ, ਚਰਨਾਂ 'ਚ ਜੁੜਨ ਨਹੀਂ ਭਟਕਦੀ ਫਿਰਦੀ ਵਕਾਰਾਂ ਵਿੱਚ। ਤੇ ਤਰਸ ਮੰਗਣ ਦੀ ਲੋੜ ਆ ਸਾਨੂੰ ਕਿ ਸਾਡੇ ਤੇ ਵੀ ਕਿਤੇ ਇੰਨੀ ਦਇਆ ਹੋ ਜਾਵੇ। ਕਿੱਥੇ ਹੋ ਸਕਦੀ ਹੈ? ਬੇਸ਼ੱਕ ਬਾਣੀ 'ਚ ਲਿਖਿਆ, ਮੈਂ ਉਹ ਵੀ ਬਾਣੀ ਚਲੋ ਪੜ੍ਹਾਈ ਮਹਾਰਾਜ ਜਾਣਾਂਗੇ, ਭਗਤਾਂ ਦਾ ਬੜਾ ਵੱਡਾ ਦਰਜਾ, ਪਰ ਮਹਾਰਾਜ ਕਹਿੰਦੇ ਭਗਤ ਤੇ ਸਾਰੇ ਹੀ 9 ਤਰ੍ਹਾਂ ਦੇ ਭਗਤ ਇੱਥੇ ਬੈਠੇ ਆ। ਪਾਤਸ਼ਾਹ ਕਹਿੰਦੇ 9 ਤਰ੍ਹਾਂ ਦੀ ਭਗਤੀ ਕਰਦੇ ਜੇ, 9 ਤਰ੍ਹਾਂ ਦੇ ਤੁਸੀਂ ਭਗਤ ਜੇ। ਤੇ ਕਰੋੜਾਂ ਚੋਂ ਇੱਕ ਭਗਤ ਹੈ ਜਿਹੜਾ ਮੇਰੇ ਚਰਨਾਂ ਦੀ ਪ੍ਰੀਤੀ ਕਰਦਾ। ਬਾਕੀ ਤੁਸੀਂ ਸਾਰੇ ਕੋਈ ਕੁਛ ਮੰਗੀ ਜਾਂਦਾ, ਕੋਈ ਕੁਛ ਮੰਗੀ ਜਾਂਦਾ, ਕੋਈ ਕੁਛ ਮੰਗੀ ਜਾਂਦਾ। ਤੁਸੀਂ ਆਪੋ ਆਪਣੇ ਵੱਖੋ ਵੱਖਰੇ ਤਰੀਕੇ ਨਾਲ ਮੇਰੀ ਭਗਤੀ ਕਰਦੇ ਜੇ। ਤੇ ਗਿਆਨੀ ਭਗਤ ਕੋਈ ਵਿਰਲਾ ਕਰੋੜਾਂ ਚੋਂ ਜਿਹੜਾ 3 ਗੁਣਾਂ ਤੋਂ ਉੱਪਰ ਚਲੇ ਜਾਂਦਾ, ਰਜੋ ਗੁਣ, ਸਤੋ ਗੁਣ, ਤਮੋ ਗੁਣ ਤੋਂ ਉੱਪਰ ਜਾ ਕੇ ਆਤਮ ਸਰੂਪ ਨੂੰ ਵੇਖ ਕੇ ਜਿਹੜਾ ਜੀਵਨ ਬਤੀਤ ਕਰਦਾ ਤੇ ਜਿਹੜਾ ਮਨ ਨੂੰ ਜਿੱਤ ਲੈਂਦਾ, ਮਤ ਕਲਯੁਗ ਦੀ ਕੂੜੀ ਜਿੱਤ ਕੇ ਗੁਰਮਤ ਧਾਰਨ ਕਰ ਲੈਂਦਾ, ਔਰ ਸੁਰਤ ਜਿਹਦੀ ਮੈਂ ਸੰਭਾਲ ਲੈਣਾ, ਜਿਹਦੇ ਵਕਾਰ ਮੈਂ ਬੰਨ ਲੈਣਾ, ਔਰ ਜਿਹਦੀ ਸੁਰਤ ਤੇ ਮਤ ਦੀ ਔਰ ਮਨ ਦੀ ਮੈਂ ਰਾਖੀ ਕਰਦਾ, ਉਹ ਕਰੋੜਾਂ ਚੋਂ ਇੱਕ ਵਿਰਲਾ ਸੀ। ਸੋ ਬੜੀ ਸਿੱਖੀ ਦੀ ਜਿਹੜੀ ਮੰਜ਼ਿਲ ਹੈ ਬੜੀ ਘੱਟ ਹੀ ਔਖੀ ਆ। ਪਤਾ ਨਹੀਂ ਚੱਲਦਿਆਂ ਕਿੱਥੇ ਕਿਹੜਾ ਡੋਲ ਸਕਦਾ, ਕਿਸੇ ਦੀ ਕੋਈ ਵਡਿਆਈ ਨਹੀਂ ਹੈ। ਇੰਨੀ ਨਿਮਰਤਾ, ਇੰਨੀ ਨਿਰਮਾਨਤਾ ਕਿਸੇ 'ਚ ਨਹੀਂ ਪੈਦਾ ਹੋ ਸਕਦੀ ਜੋ ਮਹਾਰਾਜ ਵਾਰ-ਵਾਰ ਲਫ਼ਜ਼ਾਂ ਕੁੱਟ-ਕੁੱਟ ਕੇ ਲਫ਼ਜ਼ ਉਹਨਾਂ ਨੇ ਲਿਖੇ ਵੀ ਪੜ੍ਹ ਲਿਓ, ਉਹਦੇ ਕੋਲ ਸਿੱਖ ਲਿਓ ਤੁਸੀਂ ਬਾਅਦ 'ਚ। ਅਗਰ ਮੈਂ ਹਮੇਸ਼ਾ ਹੀ ਉਹਨਾਂ ਤੋਂ ਦਇਆ ਮੰਗਦਾ ਹਾਂ ਜੀ, ਅਤੇ ਇਸ ਦਰ ਦੀ ਧੂੜ ਮੰਗਦਾ ਹਾਂ ਜੀ। ਅਗਰ ਮੈਂ ਆਪ ਨੂੰ ਵੇਰਵਾ ਦੱਸ ਵੀ ਦੇਵਾਂ ਤੇ ਫਿਰ ਸ਼ਾਇਦ ਬੇਬੇ ਹਰਬੰਸ ਕੌਰ ਨੂੰ ਸੁਣੇ ਧਿਆਨ ਨਾਲ। ਮਹਾਰਾਜ ਕਹਿੰਦੇ ਆ ਕਿ ਤੁਸੀਂ ਜੋ ਮੇਰੇ ਤੋਂ ਚਿੱਠੀ ਲਿਖ ਕੇ ਵਾਰ-ਵਾਰ ਪੁੱਛਦੇ ਜੇ ਵੀ ਇਹ ਜਾਮਾ ਇਹਨਾਂ ਦਾ ਕੀ ਆ, ਕੀ ਵਿਹਾਰ ਆ, ਕਹਿੰਦੇ ਵੀ ਜੇ ਮੈਂ ਤੁਹਾਨੂੰ ਦੱਸ ਵੀ ਦੇਵਾਂ, ਅਗਰ ਮੈਂ ਤੁਹਾਨੂੰ ਦੱਸ ਦੇਣਾ ਸਾਰਾ ਭੇਤ ਹੁਣੇ ਖੋਲ ਕੇ ਦੇਖੋ, ਅਗਰ ਮੈਂ ਆਪ ਨੂੰ ਵੇਰਵਾ ਦੱਸ ਵੀ ਦੇਵਾਂ ਤੇ ਫਿਰ ਸ਼ਾਇਦ ਬੇਬੇ ਹਰਬੰਸ ਕੌਰ ਨੂੰ, ਜਿਸ ਦੀ ਕਮਾਈ ਅਤੇ ਪਿਛਲੀ ਘਾਲਣਾ ਥਾਂ ਪਾਈ ਹੈ, ਕਿ ਜਿਹਦੀ ਘਾਲਣਾ ਤੇ ਕਮਾਈ ਪਿਛਲੀ ਜੁਗਾਂ ਦੀ, ਪਿਛਲੇ ਜਨਮਾਂ ਦੀ ਲੇਖੇ ਲਾਈ ਆ ਸੱਚੇ ਪਾਤਸ਼ਾਹ ਨੇ, ਥਾਂ ਪਾਈ ਹੈ, ਇਹਨਾਂ ਦੇ ਦਿਲ ਵਿੱਚ ਵੀ ਚੰਦਰਾ ਮਾਣ ਆ ਜਾਵੇ। ਇਹਨਾਂ ਦੇ ਦਿਲ ਵਿੱਚ ਵੀ ਚੰਦਰਾ ਮਾਣ ਆ ਜਾਵੇ, ਕਿਉਂਕਿ ਮਾਣ ਵਾਲਾ ਇਸ ਘਰ ਤੋਂ ਕੁਛ ਪ੍ਰਾਪਤ ਨਹੀਂ ਕਰ ਸਕਦਾ, ਹੋ ਜਾਂਦਾ ਹੈ, ਕਿਉਂਕਿ ਸਾਡੇ ਜੀਵਾਂ ਵਿੱਚ ਸਮਰੱਥਿਆ ਨਹੀਂ ਹੁੰਦੀ ਕਿ ਅਸੀਂ ਸਬਰ ਕਰ ਜਾਈਏ। ਮਹਾਰਾਜ ਕਹਿੰਦੇ ਆ ਕਿ ਜੇ ਮੈਂ ਇਹ ਦੱਸ ਵੀ ਦੇਵਾਂ ਤੁਹਾਨੂੰ ਕਿ ਜਿਹੜਾ ਤੁਸੀਂ ਪੁੱਛਦੇ ਜੇ ਵਾਰ-ਵਾਰ ਜਨਮ ਬਾਰੇ, ਇਹਨਾਂ ਦੇ ਸਾਹਿਬਜ਼ਾਦੇ ਜਗਤਾਰ ਸਿੰਘ ਦੇ ਜਨਮ ਬਾਰੇ ਪੁੱਛਦੇ ਜੇ ਵੀ ਇਹ ਕੀ ਗੋਝ ਆ, 5ਵੀਂ ਜੇਠ ਨੂੰ ਕਿਉਂ ਆਏ ਆ, ਕਿਉਂ ਜਾਮਾ ਆਇਆ, ਤੇ ਜੇ ਮੈਂ ਦੱਸ ਵੀ ਦੇਵਾਂ ਤੇ ਫਿਰ ਬੇਬੇ ਬੰਸੋ ਦੀ ਜਿਹੜੀ ਪਿਛਲੀ ਕਮਾਈ ਕੋਈ ਲੇਖੇ ਲਾਈ ਆ, ਇਸ ਨੂੰ ਵੀ ਚੰਦਰਾ ਮਾਣ ਨਾ ਆ ਜੇ ਕਿਤੇ ਕਿ ਮੈਂ ਏਡੀ ਵੱਡੀ ਦਾਤ ਪ੍ਰਾਪਤ ਕਰ ਲਈ ਆ, ਕਿ ਘਰ ਦੀ ਘਰ 'ਚ ਆ ਗਈ ਆ, ਤੇ ਇਹਨੂੰ ਕਿਤੇ ਮਾਣ ਨਾ ਹੋ ਜੇ ਇਸ ਚੀਜ਼ ਦਾ, ਤੇ ਮਾਣ ਜੀਵ ਨੂੰ ਹੋ ਜਾਂਦਾ ਜੇ। ਮਹਾਰਾਜ ਕਹਿੰਦੇ ਆ ਕਿ ਜੀਵ ਨੂੰ ਮਾਣ ਵਧੋ ਵਧੀ ਹੋ ਜਾਂਦਾ ਹੈ। ਫਿਰ ਪਾਤਸ਼ਾਹ ਕਹਿੰਦੇ ਇਸ ਘਰ ਤੋਂ ਕਿਉਂਕਿ ਮਾਣ ਵਾਲਾ ਮਾਣ ਨਾ ਆ ਜਾਵੇ, ਕਿਉਂਕਿ ਮਾਣ ਵਾਲਾ ਇਸ ਘਰ ਤੋਂ ਕੁਝ ਪ੍ਰਾਪਤ ਨਹੀਂ ਕਰ ਸਕਦਾ, ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਮਾਣ ਵਾਲਾ ਇਸ ਘਰ ਤੋਂ, ਮਹਾਰਾਜ ਸ਼ੇਰ ਸਿੰਘ ਦੇ ਦਰ ਘਰ ਤੋਂ ਕੋਈ ਪ੍ਰਾਪਤ ਨਹੀਂ ਜੇ ਕਰ ਸਕਦਾ ਕੁਝ ਵੀ, ਮਾਣ ਚੰਦਰਾ ਹੋ ਜਾਂਦਾ ਬਦਲ, ਕਿਉਂਕਿ ਸਾਡੇ ਜੀਵਾਂ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਅਸੀਂ ਸਬਰ ਕਰ ਜਾਈਏ। ਇੱਕ ਵਚਨ ਮੈਂ ਇਸੇ ਕਰਕੇ ਜਿਹੜੀ 5ਵੀਂ ਜੇਠ ਨੂੰ ਚਿੱਠੀ ਪਾਈ ਸੀ ਉਸ ਵਿੱਚ ਲਿਖਿਆ ਸੀ, ਵੇਖਿਓ ਹੁਣ ਇੱਥੇ ਉਹ ਜੋਤ ਜਿਹੜਾ ਮਹਾਰਾਜ ਨੇ ਕਿਹਾ ਕਿ ਹਾਜ਼ਰ ਹੋ, ਮੇਰੀ ਦੇਹ ਨਹੀਂ ਆਊ, ਉਹ ਇੱਥੇ ਸਪਸ਼ਟ ਕਰਤਾ ਮਹਾਰਾਜ ਨੇ, ਕਿ ਸਾਫ਼ ਲਿਖਤਾ ਸੀਗਾ।
ਇੱਕ ਬਚਨ ਮੈਂ ਇਸੇ ਕਰਕੇ ਜਿਹੜੀ 5ਵੀਂ ਜੇਠ ਨੂੰ ਚਿੱਠੀ ਪਾਈ ਸੀ ਉਸ ਵਿੱਚ ਲਿਖਿਆ ਸੀ ਅਤੇ ਸਾਫ਼ ਬਚਨ ਕੀਤਾ ਸੀ ਕਿ ਸੰਗਤ ਵਿੱਚ ਅਗਰ ਮੈਂ ਨਹੀਂ ਹੋਵਾਂਗਾ ਪਰੰਤੂ ਸੱਚੇ ਪਾਤਸ਼ਾਹ ਦੀ ਜੋਤ ਜ਼ਰੂਰ ਹਾਜ਼ਰ ਹੋਵੇਗੀ। ਪਰੰਤੂ ਆਪ ਫਿਰ ਵੀ ਯਕੀਨ ਨਾ ਕਰ ਸਕੇ ਕਿ ਤੁਹਾਨੂੰ ਫਿਰ ਵੀ ਯਕੀਨ ਨਹੀਂ ਆਇਆ ਮੇਰੇ ਉਸ ਵਕਤ ਤੇ ਜਿਹੜਾ ਲਿਖ ਕੇ ਭੇਜਿਆ ਸੀ ਤੁਹਾਨੂੰ ਮੈਂ, ਤੁਸੀਂ ਯਕੀਨ ਨਹੀਂ ਕੀਤਾ, ਫਿਰ ਪੁੱਛੀ ਜਾਂਦੇ ਜੇ ਵਾਰ-ਵਾਰ। ਯਕੀਨ ਨਾ ਕਰ ਸਕੇ ਕਿ ਕੀ ਗੋਝ ਹੈ, ਕਿ ਉਹ ਜਿਹੜਾ ਦੱਸਿਆ ਸੀ 5ਵੀਂ ਜੇਠ ਨੂੰ ਜੋਤ ਹਾਜ਼ਰ ਹੋਣੀ, ਉਹ ਕੀ ਗੋਝ ਸੀ, ਤੁਸੀਂ ਯਕੀਨ ਨਹੀਂ ਕੀਤਾ ਉਹਦੇ ਬਾਰੇ ਪੁੱਛ ਰਹੇ ਜੇ ਵਾਰ-ਵਾਰ। ਅਤੇ ਨਾਲ ਹੀ ਪੁੱਛਿਆ ਸੀ ਕਿ ਕੋਈ ਮਸਤਾਨਾ ਤੇ ਨਹੀਂ ਹੋਇਆ। ਮਹਾਰਾਜ ਨੇ ਚਿੱਠੀ ਲਿਖੀ ਸੀ ਤੇ ਉਹਦੇ ਤੇ ਪੁੱਛਿਆ ਸੀ ਕਿ ਐਸ 5ਵੀਂ ਜੇਠ ਨੂੰ ਸਾਨੂੰ ਲਿਖ ਕੇ ਭੇਜ ਦਿਓ ਕਿ ਕੋਈ ਮਸਤਾਨਾ ਤੇ ਨਹੀਂ ਹੋਇਆ 5ਵੀਂ ਜੇਠ ਤੇ, ਕਿਉਂਕਿ ਸਿੱਖ ਮਸਤਾਨੇ ਹੋ ਜਾਂਦੇ ਕਿ ਸਾਡੇ 'ਚ ਖੇਡ ਆ ਗਈ ਆ ਔਰ ਮਸਤਾਨੇ ਹੋ ਜਾਂਦੇ। ਸਿੱਖ ਲਿਖਿਆ ਸਾਖੀਆਂ 'ਚ ਵੀ ਆਉਂਦਾ ਔਰ ਚਿੱਠੀਆਂ 'ਚ ਵੀ ਆ ਰਿਹਾ ਕਿ ਦਾਨਾ ਮਸਤਾਨਾ ਤੇ ਦੀਵਾਨਾ ਮਸਤਾਨਾ, ਇਹ ਸਾਰਾ ਉਹਦੇ ਚੱਲਦਾ। ਮਹਾਰਾਜ ਉਹ ਕਹਿੰਦੇ ਕੋਈ ਮਸਤਾਨਾ ਤੇ ਨਹੀਂ ਹੋਇਆ, ਇਹ ਵੀ ਸਾਨੂੰ ਲਿਖ ਕੇ ਭੇਜੋ। ਮਸਤਾਨਾ ਤੇ ਨਹੀਂ ਹੋਇਆ ਕਾਰਨ ਕਿ ਮਸਤਾਨੇ ਕਿਸੇ ਵਿੱਚ ਸੱਤਿਆ ਹੀ ਨਹੀਂ ਰਹੀ ਸੀ। ਕੀ ਕਾਰਨ ਕਿ ਇਸ 5ਵੀਂ ਜੇਠ ਨੂੰ ਕਿਸੇ ਮਸਤਾਨੇ ਵਿੱਚ ਸੱਤਿਆ ਨਹੀਂ ਸੀ ਰਹੀ। ਭੋਰਾ ਵੀ ਜਿਹੜਾ ਕਿਣਕਾ ਆਉਂਦਾ ਉਹ ਨਹੀਂ ਆਇਆ, ਖਤਮ ਹੋ ਗਈ ਸੱਤਿਆ ਸਾਰੇ ਮਸਤਾਨਿਆਂ ਤੋਂ ਨਹੀਂ ਰਹੀ ਸੀ। ਇਸ ਤੋਂ ਉਪਰੰਤ ਮੈਂ ਭੇਤ ਨਹੀਂ ਖੋਲ ਸਕਦਾ। ਮਹਾਰਾਜ ਕਹਿੰਦੇ ਇਸ ਤੋਂ ਵੱਧ ਤੁਹਾਨੂੰ ਅਜੇ ਭੇਤ ਨਹੀਂ ਖੋਲ ਕੇ ਦੱਸਣਾ, ਇੰਨਾ ਹੀ ਬਹੁਤ ਹੈ ਜਿਹੜਾ ਦੱਸਦਾ। ਜਿਸ ਵੇਲੇ ਪਾਤਸ਼ਾਹ ਦਇਆ ਕਰਨਗੇ ਤੇ ਆਪ ਸਭ ਸੰਗਤ ਨੂੰ ਚਾਨਣ ਕਰ ਦੇਣਗੇ। ਦਇਆ ਤੇ ਹੋ ਰਹੀ ਉਹਦੇ ਵਾਰ-ਵਾਰ ਆਪਾਂ ਭਜਨ ਕਰਦੇ ਰਹਿੰਦੇ। ਮਹਾਰਾਜ ਜਗਤਾਰ ਸਿੰਘ ਜੀ ਬਾਰੇ ਖੁੱਲੇ ਭਜਨ ਚੱਲਦੇ ਰਹਿੰਦੇ ਔਰ ਸਾਰਾ ਸਪਸ਼ਟ ਆਪਾਂ ਭਜਨ ਕਰਦੇ ਰਹਿੰਦੇ, ਕੋਈ ਇਹ 'ਚ ਭਰਮ ਭੁਲੇਖਾ ਨਹੀਂ। ਕਿੰਨੇ ਵਾਰ ਭਜਨ ਹੋਏ ਔਰ ਮਹਾਰਾਜ ਕਿਹਾ ਜਦੋਂ ਦਇਆ ਕਰਨਗੇ ਤੇ ਆਪੇ ਸਪਸ਼ਟ ਭਜਨ ਹੋਣੇ ਚਾਲੂ ਹੋ ਜਾਣਗੇ। ਦਇਆ ਕਰਨਗੇ ਆਪ ਸਰਬ ਸੰਗਤ ਨੂੰ ਚਾਨਣ ਕਰ ਦੇਣਗੇ। ਔਰ ਚਾਨਣ ਜਦੋਂ ਮਹਾਰਾਜ ਨੇ ਦੇ ਕਰਕੇ ਰਹੇ ਤੇ ਉਦੋਂ ਵੀ ਚਾਨਣ ਸਿੱਖੀ ਸੇਵਕ ਨੂੰ ਹੋਇਆ ਜਿਹਨਾਂ ਨੂੰ ਦਰਸ਼ਨ ਦੇ ਕੇ ਸੱਦਿਆ। ਮੈਂ ਇੱਕ ਤੁਹਾਡੇ ਨਾਲ ਇੱਥੇ ਮਹਾਰਾਜ ਰੋਟੀ ਤੋਂ ਬਚਨ ਸਾਂਝਾ ਕਰਦੇ ਹਾਂ। ਬੇਬੇ ਗੁਰਨਾਮ ਕੌਰ ਜੀ ਤੇ ਸੁਮਨ ਆਇਆ ਹੁਣ ਆਪਣਾ ਵੇਰਕੇ ਤੋਂ ਸਿੱਖ ਆਏ। ਇਹਨਾਂ ਦੀ ਮਾਤਾ ਜੀ ਕਿਉਂ ਜੀ ਜਾਨੀ ਤਾਂ ਉਹੀ ਜਦੋਂ ਇੱਥੇ ਹੀ ਆਪਾਂ ਫੇਰ ਅੱਗੇ ਭਜਨ ਚਾਲੂ ਕਰਾਂਗੇ। ਜਦੋਂ ਬਰਕੀਓਂ ਮਹਾਰਾਜ ਮਤਾਬ ਸਿੰਘ ਜੀ ਸਰੀਰ ਛੱਡਿਆ, ਬਰਕੀ ਦਾ ਤੁਹਾਨੂੰ ਇਤਿਹਾਸ ਜਿਨ੍ਹਾਂ ਨੂੰ ਪਤਾ ਆਪਣਾ ਜਿਹੜਾ ਮੋਢ ਆ, ਬਰਕੀਓਂ ਆਪਣੀ ਖੇਡ ਚੱਲੀ ਹੈ। ਬਰਕੀਓਂ ਜਦੋਂ ਮਹਾਰਾਜ ਮਤਾਬ ਸਿੰਘ ਹੋਣਾ ਸਰੀਰ ਛੱਡਿਆ, ਝੋਲਾ ਛੱਡਿਆ, ਸਤਿਗੁਰੂ ਮਣੀ ਸਿੰਘ ਨੂੰ ਵਾਅਦਾ ਕਰਤਾ ਕਿ 20 ਸਾਲ ਨੂੰ ਨੇਕ ਕਲੰਕ ਅਵਤਾਰ ਘੁੰਡ ਦੀ ਧਰਤੀ ਤੇ ਆਊਗਾ। ਉੱਥੇ ਬਰਕੀ ਭੰਗਾਲੀ ਵਾਲੇ ਸਿੱਖ ਇਹ ਬੈਠੇ ਆ, ਭੰਗਾਲੀ ਵਾਲੇ ਸਿੱਖ ਪੁਰਾਣੇ ਜਿਹੜੇ ਉੱਥੇ ਮਹਾਰਾਜ ਮਤਾਬ ਸਿੰਘ ਹੋਣਾ ਦੇ ਇਹ ਸਿੱਖ ਸੀ ਪੁਰਾਣੇ। ਤੇ ਸਤਿਗੁਰੂ ਮਣੀ ਸਿੰਘ ਹੁਣੀ ਜਦੋਂ ਚਰਨੀ ਲੱਗੇ ਉਹ ਤੋਂ ਪਹਿਲਾਂ ਦੇ ਮੰਨਦੇ ਸੀ ਤੇ ਸਤਿਗੁਰੂ ਮਣੀ ਸਿੰਘ ਹੋਣਾ ਨਾਲ ਹੀ ਫਿਰ ਘੁੰਡ ਆ ਗਏ। ਜਦੋਂ ਦੱਸਿਆ ਕਿ ਆਪਣੇ ਪਾਤਸ਼ਾਹ ਦੇ ਨੇਕ ਕਲੰਕ ਅਵਤਾਰ ਘੁੰਡ ਚ ਆ ਗਏ, ਗੁਰੂ ਨੂੰ ਲੱਭਣਾ ਚਲੋ ਚਲੀ, ਇਹ ਸਾਰੇ ਫਿਰ ਆਏ। ਚਲੋ ਦੱਸਿਆ ਇਹਨਾਂ ਨੇ। ਬੇਬੇ ਗੁਰਨਾਮ ਕੌਰ ਹੋਣੀ ਮੈਂ ਕਹਿੰਦਾ ਸਰੀਰ ਹੁਣ ਛੱਡ ਕੇ ਸਰੀਰ ਥੋੜੇ ਦਿਨ ਹੋਏ ਤੇ ਚਲੋ ਨਹੀਂ ਜਾਇਆ ਗਿਆ ਸੰਸਕਾਰ ਤੇ ਸਮਾਂ ਨਹੀਂ ਲੱਗਾ, ਪਹੁੰਚਿਆ ਨਹੀਂ ਗਿਆ। ਛੱਬੇ ਸੀ ਜਿੱਦਾਂ ਛੱਬੇ ਲੱਗੇ ਆ ਨਾ, ਧਿਆਨ ਕਰੇ ਜਰਾ ਚਦੋਏ ਅੱਜ ਛੱਬੇ ਲੱਗੇ ਨਾ ਪਾਤਸ਼ਾਹ ਦੇ, ਉੱਥੇ ਵੀ ਸੋਨੇ ਦੇ ਛੱਬੇ ਲੱਗੇ ਸੀ ਚਦੋਆ ਸਾਹਿਬ ਨੂੰ ਗੁਰਦੁਆਰੇ ਦੇ ਵਿੱਚ ਬਰਕੀ ਦੇ ਵਿੱਚ। ਜਦੋਂ ਸਾਹਿਬਾਂ ਨੇ ਉੱਥੋਂ ਸਰੀਰ ਛੱਡਿਆ ਮਹਾਰਾਜ ਮਤਾਬ ਸਿੰਘ ਜੀ ਨੇ ਤੇ ਸਿੱਖਾਂ ਨੇ ਸੋਚਿਆ ਇਹਨਾਂ ਨੇ ਕਿ ਆਪਾਂ ਛੱਬੇ ਲਾ ਲਈਏ। ਇਹੋ ਹੀ ਸੋਚਿਆ ਸੀ ਗੁਰਦੁਆਰੇ ਤੇ ਛੱਬੇ ਲਾ ਲਏ। ਤੁਹਾਨੂੰ ਪਤਾ ਹੀ ਹੈ ਸਾਰਾ, ਅਸੀਂ ਤੇ ਚਲੋ ਸੁਣੇ ਸਾਰੇ ਭਜਨ ਤੇ ਉਥੋਂ ਛੱਬੇ ਲਾ ਲਏ। ਸੋਨੇ ਦੇ ਛੱਬੇ ਹੀ ਜਿਹੜੇ ਲਾਏ। ਮਹਾਰਾਜ ਮਤਾਬ ਸਿੰਘ ਹੁਣਾਂ ਨੇ ਆਖਿਆ ਦਰਸ਼ਨ ਦੇ ਕੇ ਵੀ ਛੱਬੇ ਸਾਡੇ ਦਿਓ। ਫਿਰ ਘੁੰਡ 52 ਸਾਲ ਅਕਾਲ ਪੁਰਖ ਰਹੇ, ਉਹਨਾਂ ਨੇ ਕਿਹਾ ਸਾਡੇ ਛੱਬੇ ਦੇ ਦਿਓ, ਉੱਥੇ ਵੀ ਨਹੀਂ ਮੰਗੇ। ਫਿਰ ਮਹਾਰਾਜ ਪੂਰਨ ਸਿੰਘ ਜੀ ਦੀ ਖੇਡ ਚੱਲੀ, ਉਹਨਾਂ ਰਾਹੀਂ ਵੀ ਨਹੀਂ ਮੰਗੇ। ਫਿਰ ਵਾਰੀ ਆ ਗਈ ਅਗਲੀ ਦੇ ਦੀ ਮਹਾਰਾਜ ਜਗਤਾਰ ਸਿੰਘ ਉਹਨਾਂ ਦੀ। ਇਹ ਬੀਬੀ ਸਾਡੀ ਜਿਹੜੀ ਸੀ ਬੇਬੇ ਗੁਰਨਾਮ ਕੌਰ, ਫਿਰ ਇਹਨੂੰ ਮਹਾਰਾਜ ਨੇ ਪਕੜ ਕੀਤੀ ਤੇ ਇਹਨੂੰ ਦੱਸਣ ਲੱਗ ਪਏ ਵੀ ਕਲਸੀ ਆ ਜਾ, ਉੱਥੇ ਬੈਠੇ ਜੀ, ਉੱਥੇ ਪਹੁੰਚ। ਤੇ ਇਹਨੂੰ ਇਹ ਕਿਹਾ ਵੀ ਤੁਸੀਂ
ਸਾਡੇ ਛੱਬੇ ਜਿਹੜੇ ਲਾਏ ਆ ਉੱਥੋਂ ਗੁਰਦੁਆਰੇ ਚੋਂ ਮਹਾਰਾਜ ਮਤਾਬ ਸਿੰਘ ਦੇ ਵੇਲੇ ਤੁਸੀਂ ਸਾਡੇ ਛੱਬੇ ਲਾਏ, ਸਾਡੇ ਸੋਨੇ ਦੇ ਛੱਬੇ ਤੁਸੀਂ ਲਾਏ ਆ, ਤੇ ਸਾਡੇ ਸਿੱਖ ਜੀ ਤੁਹਾਡਾ ਫਿਰ ਵੀ ਲਿਹਾਜ਼ ਕਰਦੇ ਨੇ। ਇਹੋ ਵਜਨ ਹੋਇਆ ਕਿ ਤੁਸੀਂ ਲਾਏ ਸਾਡੇ ਉੱਥੋਂ ਸੋਨੇ ਦੇ ਛੱਬੇ ਹੀ ਬਰਕੀਆਂ, ਪਰ ਤੁਸੀਂ ਸਾਡੇ ਸਿੱਖ ਜੇ ਤੁਹਾਡਾ ਲਿਹਾਜ਼ ਕਰਦੇ ਨੇ ਫਿਰ ਵੀ। ਛੱਬੇ ਤਾਂ ਨਹੀਂ ਹੀ ਛੱਡਣੇ ਆਪਣੇ, ਤੇ ਛੱਬੇ ਲੈ ਕੇ ਬਣਵਾ ਕੇ ਚਾਂਦੀ ਦੇ ਤੇ ਕਲਸੀ ਆ ਜਾ ਇੱਥੇ ਬੈਠੇ। ਉਦੋਂ ਮਹਾਰਾਜ ਪੂਰਨ ਸਿੰਘ ਜੀ ਵਿਚੋਲਾ ਛੱਡ ਗਈ। ਬੀਬੀ ਸਾਡੀ ਉਹ ਆਈ ਮਾਤਾ, ਜਦੋਂ ਇੱਥੇ ਆਈ ਤੇ ਉਹ ਖੇਡਣ ਲੱਗ ਪਈ, ਮਸਤਾਨੀ ਹੋ ਗਈ। ਜਦੋਂ ਅੰਦਰ ਬੂਹਾ ਨੰਗੀ ਘਰ ਆਪਣਾ ਤੇ ਲਲਕਾਰੇ ਮਾਰ ਲੱਗ ਪਈ, ਛੱਬੇ ਉਹਨੇ ਲਿਆਂਦੇ ਬਣਾ ਕੇ, ਤੇ ਮਹਾਰਾਜ ਜਿਹੜੀ ਬੈਠੇ ਸੀ ਮਹਾਰਾਜ ਜਗਤਾਰ ਸਿੰਘ ਤੇ ਹੁਣ ਉਹਨੂੰ ਜੋ ਦੀਦਾ ਸੀ ਉਸ ਵੇਲੇ ਕੋਈ ਦ੍ਰਿਸ਼ਟੀ ਉਹਦੀ ਖੁੱਲੀ, ਤੇ ਉਹਨੇ ਤੇ ਉਹ ਬੋਲਣਾ ਸੀ, ਤੇ ਉਹਨੇ ਆ ਕੇ ਇਹੋ ਭਜਨ ਕੀਤੇ ਛੱਬੇ ਰੱਖ ਕੇ ਵੀ ਤੂੰ ਮਹਾਰਾਜ ਸ਼ੇਰ ਸਿੰਘ ਬੈਠਾ ਮੇਰੇ ਸਾਹਮਣੇ। ਇਹੋ ਕਿਹਾ ਕੀ ਕਿਹਾ ਸੀ, ਤੂੰ ਮਹਾਰਾਜ ਸ਼ੇਰ ਤੂੰ ਪਿੰਡ ਵਾਲਾ ਤਾਂ ਬਾਕੀ ਆ। ਉਹਨੇ ਆ ਕੇ ਫਿਰ ਇੱਥੇ ਨਾਲੇ ਦੇ ਛੱਬੇ ਰੱਖੇ, ਤੇ ਨਾਲਿਆਂ ਦੇ ਵੀ ਤੂੰ ਉਹ ਬਰਕੀ ਵਾਲਾ ਤੇ ਘਵੇਲ ਵਾਲਾ ਮਹਾਰਾਜ ਸ਼ੇਰ ਸਿੰਘ ਹੀ ਬੈਠਾ ਹੈ, ਤੇ ਆ ਆਪਣੇ ਛੱਬੇ ਲੈ ਲਾ ਤੇ ਸਾਨੂੰ ਬਖਸ਼। ਤੇ ਮੇਰੇ ਖਿਆਲ ਨਾਲ ਉਹਨਾਂ ਛੱਬਿਆਂ ਚੋਂ ਛੱਬਾ ਇੱਥੇ ਲੱਗੇ ਵੀ ਹੈਗੇ ਉਹ ਵਿੱਚ ਉਹ ਹੈ ਉਹ ਇਹਦਾ ਵੱਡਾ ਚਾਂਦੀ ਦਾ ਛੱਬਾ ਬੇਬੇ ਗੁਰਨਾਮ ਕੌਰ ਲੈ ਕੇ ਆਈ। ਲੱਥੇ ਕਿੱਥੋਂ ਸੀ? 5 ਲਿਆਂਦੇ। ਲੱਥੇ ਕਿੱਥੋਂ ਸੀ? ਬਰਕੀਆਂ ਸੋਨੇ ਦੇ ਲੱਥੇ। ਤੇ ਮੈਂ ਉਹੀ ਵਾਰ-ਵਾਰ ਵਚਨ ਕਰਦਾ ਹਾਂ ਕਿ ਦਿਆਂ ਦੇ ਵਿੱਚ ਉਹਨੂੰ ਖੇਡ ਕਰਨੀ ਆਉਂਦੀ ਆ, ਉਹ ਰੂਪ ਬਦਲ ਲੈਂਦਾ ਹੈ, ਅਸੀਂ ਉਹਨੂੰ ਉਸੇ ਰੂਪ 'ਚ ਲੱਭਦੇ ਰਹਿੰਦੇ ਹਾਂ, ਉਹ ਰੂਪ ਬਦਲ ਕੇ ਖਲੋ ਜਾਂਦਾ, ਸਾਨੂੰ ਸਮਝ ਨਹੀਂ ਲੱਗਦੀ। ਇੰਨਾ ਹੀ ਫਰਕ ਹੈ ਬਸ। ਅਸੀਂ ਉਹ ਚੀਜ਼ ਲੱਭਦੇ ਹਾਂ ਕਿ ਉਹ ਚੀਜ਼ ਸਾਨੂੰ ਉਦਾਂ ਦੀ ਮਿਲ ਜਾਵੇ ਕਿ ਜਿਹੜੀ ਚੀਜ਼ ਸਰੂਪ ਵੇਖਿਆ ਉਹ ਰੂਪ ਬਦਲ ਲੈਂਦਾ, ਔਰ ਅਸੀਂ ਮੁੜ ਕੇ ਭੁਲੇਖਿਆ ਨਹੀਂ ਪਏ। ਉਹ ਦੇਹ ਬਦਲ ਲਈ, ਰੂਪ ਬਦਲ ਲਿਆ, ਕਿੱਥੋਂ ਲੱਥੇ ਤੇ ਉਹ ਲੱਗੇ ਉਹਦੇ ਝੂਠ ਤੇ ਨਹੀਂ। ਉਹ ਬੇਬੇ ਲੈ ਗਈ ਉਹਦੀ, ਤੂੰ ਉਹ ਬਰਕੀ ਵਾਲਾ ਤੇ ਘਵਿੰਡ ਵਾਲਾ ਮਹਾਰਾਜ ਸ਼ੇਰ ਸਿੰਘ ਜੀ ਸਾਹਮਣੇ ਬੈਠਾ, ਤੇ ਆ ਆਪਣੇ ਛੱਬੇ ਲਾਓ ਤੇ ਮੈਨੂੰ ਬਖਸ਼ੋ। ਉਹਾਂ ਦੇ ਬੇਬੇ ਦੂਜਾ ਸੋਨੇ ਦੇ ਲਾਏ ਸੀ ਤੇ ਤੁਹਾਨੂੰ ਚਾਂਦੀ ਦੇ ਲੈ ਕੇ ਛੱਡਤਾ। ਫਿਰ ਵੀ ਸਾਡੇ ਪੁਰਾਣੇ ਸਿੱਖ ਸੁੱਖ ਵਾਲੇ ਬੜਾ ਫਰਕ ਫਿਰ ਵੀ ਕਰਕੇ ਚਲੋ, ਤੇ ਨਹੀਂ ਤੇ 5 ਸੋਨੇ ਦੇ ਦੇਣੇ ਤੇ ਬੜੇ ਔਖੇ ਹੋ ਜਾਂਦੇ, ਕਿੱਡੇ ਕਿੱਡੇ ਉਹ ਛੱਬੇ ਵੱਡੇ ਜਿਹੜੇ ਲੱਗੇ। ਸੋ ਮੈਂ ਬਚਨ ਕਰ ਰਿਹਾ ਕਿ ਉਹੀ ਗੋਝ ਇੱਥੇ ਖੋਲ ਕੇ ਦਾਤਾ ਵੀ ਤੁਹਾਨੂੰ ਅਜੇ ਵੀ ਸਮਝ ਨਹੀਂ ਲੱਗਦੀ ਕਿ ਅਸੀਂ ਤੇ ਲੇਖਤਾ ਕਿ ਸੱਚੇ ਪਾਤਸ਼ਾਹ ਦੀ ਜੋਤ ਹੀ ਹਾਜ਼ਰ ਹੋਣੀ ਹੈ। ਤੇ ਮਸਤਾਨੇ ਜੋਤਨ ਕਿਸੇ ਚ ਸੱਤਿਆ ਨਹੀਂ ਸੀ ਰਹੀ, ਕਿਉਂਕਿ ਉਸ ਦਿਨ ਜਿੱਦਣਾ ਮਹਾਰਾਜ ਜਗਤਾਰ ਸਿੰਘ ਦਾ ਲਿਖਿਆ ਹੈ ਇਹਦੇ ਵਿੱਚ ਕਿ 5ਵੀਂ ਜੇਠ ਨੂੰ ਜਗਤਾਰ ਪ੍ਰਗਟ ਹੋਇਆ, ਉਹ ਸਰਗੁਣ ਸਰੂਪ ਪ੍ਰਗਟ ਹੋਇਆ, ਔਰ ਲਿਖਿਆ ਕਿ ਉਦੋਂ ਪ੍ਰਗਟ ਹੋਇਆ 10:30 ਵਜੇ। ਕਿਸੇ ਮਸਤਾਨੇ ਦੇ ਵਿੱਚ ਉਦੋਂ ਰਾਤ ਸੱਤਿਆ ਨਹੀਂ ਰਹੀ, ਔਰ ਕਿਸੇ ਕੋਈ ਬਚਨ ਨਹੀਂ ਕੀਤਾ, ਸਭ ਦੀ ਸੱਤਿਆ ਖਿੱਚੀ ਗਈ। ਇਹੀ ਮਹਾਰਾਜ ਪੂਰਨ ਸਿੰਘ ਜੀ ਕਹਿ ਰਹੇ ਕਿ ਅਸੀਂ ਵਿਸ਼ੇਸ਼ ਤੌਰ ਤੇ ਪੁੱਛਿਆ ਸੀ ਕਿ ਕੋਈ ਮਸਤਾਨਾ ਤਾਂ ਨਹੀਂ ਹੋਇਆ ਇਸ ਦਿਨ। ਚਿੱਠੀ ਜੋ ਵੀ ਮਹਾਰਾਜ ਪੂਰਨ ਸਿੰਘ ਪੁੱਛ ਰਹੇ, ਕਾਰਨ ਕਿ ਮਸਤਾਨੇ ਕਿਸੇ ਵਿੱਚ ਅਤੇ ਨਾਲ ਹੀ ਪੁੱਛਿਆ ਸੀ ਕਿ ਕੋਈ ਮਸਤਾਨਾ ਤੇ ਨਹੀਂ ਹੋਇਆ, ਕਾਰਨ ਕਿ ਮਸਤਾਨੇ ਕਿਸੇ ਵਿੱਚ ਸੱਤਿਆ ਹੀ ਨਹੀਂ ਰਹੀ ਸੀ। ਉਧਰ ਕਿਸੇ ਦੇ ਮਸਤਾਨੇ ਚ ਸੱਤਿਆ ਨਹੀਂ ਰਹੀ। ਇਸ ਤੋਂ ਉਪਰੰਤ ਮੈਂ ਭੇਦ ਨਹੀਂ ਖੋਲ ਸਕਦਾ। ਜਿਸ ਵੇਲੇ ਪਾਤਸ਼ਾਹ ਦਇਆ ਕਰਨਗੇ ਤੇ ਆਪ ਸਭ ਸੰਗਤ ਨੂੰ ਚਾਨਣ ਕਰ ਦੇਣਗੇ, ਕਿਉਂਕਿ ਇੱਥੇ ਚੜ੍ਹਦੀਆਂ ਕਲਾ ਵਾਲੇ ਹੀ ਆਉਣਗੇ। ਸੰਗਤ ਵਿੱਚੋਂ ਇਹ ਭੁਲੇਖਾ ਨਿਕਲ ਜਾਣਾ ਚਾਹੀਦਾ ਹੈ ਕਿ ਅਸੀਂ ਸਦਾ ਹੀ ਅੰਤ ਲਈਏ। ਮਹਾਰਾਜ ਕਹਿੰਦੇ ਕਿ ਸੰਗਤ ਚੋਂ ਇਹ ਭੁਲੇਖਾ ਨਿਕਲ ਜਾਣਾ ਚਾਹੀਦਾ ਕਿ ਹਮੇਸ਼ਾ ਹੀ ਅੰਤ ਨਹੀਂ ਲੈਣਾ ਚਾਹੀਦਾ ਸੰਗਤ ਨੂੰ। ਹਰ ਇਹੀ ਵਚਨ ਕਰਦੇ ਕਿ ਭੁਲੇਖਾ ਤੁਹਾਡਾ ਨਿਕਲ ਜਾਣਾ ਚਾਹੀਦਾ ਹੁਣ ਤੇ ਅੰਤ ਨਹੀਂ ਲੈਣਾ ਚਾਹੀਦਾ ਸੰਗਤ ਨੂੰ। ਬੇਨਤੀ ਹੈ ਕਿ ਬਾਬੇ ਮਣੀ ਸਿੰਘ ਅੱਗੇ ਪੂਰਨ ਹਨ, ਇਹਨਾਂ ਵਿੱਚ ਕੋਈ ਤੋੜ ਹੀ ਨਹੀਂ ਹੈ, ਪਰੰਤੂ ਸੱਚੇ ਪਾਤਸ਼ਾਹ ਬਾਬਾ ਭਗਵਾਨ ਸਿੰਘ ਅਤੇ ਗੁਰਦੀਪ ਸਿੰਘ ਉੱਤੇ ਬੜੀ ਦਇਆ ਕਰ ਰਹੇ ਹਨ। ਜਿਸ ਵੇਲੇ ਵਿਖਾਉਂਦੇ ਹਨ ਦੀਪ ਸਿੰਘ ਚਰਨਾਂ ਵਿੱਚ ਹੋਵੇਗਾ ਜਾਂ ਆਪਣੇ ਚਰਨ ਪਾਤਸ਼ਾਹ ਨੇ ਉਹਨਾਂ ਦੀ ਛਾਤੀ ਉੱਤੇ ਲਾਏ ਹੁੰਦੇ ਹਨ। ਬਾਬੇ ਦੀਪ ਸਿੰਘ ਹੋਣਾ ਬਾਰੇ ਬਚਨ ਚੱਲ ਰਹੇ। ਇਹ ਪੁੱਛਦੇ ਹਨ ਕਿ ਦੱਸ ਹੁਣ ਕੀ ਕੁਝ ਲੈਣਾ, ਭਰ ਦਈਏ ਜਿਹੜਾ ਇੱਕ ਵਾਰੀ ਖਾਲੀ ਕਰ ਲਿਆ ਸੀ। ਬੜੇ ਪ੍ਰੇਮ ਨਾਲ ਚਰਨਾਂ ਵਿੱਚ ਮਸਤ ਜਿਹਾ ਰੱਖਦੇ ਹਨ। ਪਾਤਸ਼ਾਹ ਜਿਹੜੀ ਉਹਨਾਂ ਦੀ ਆਪਣੀ ਦੇਹ ਸੀਗੀ, ਬੜੀ ਖੁਸ਼ੀ ਰਹਿੰਦੀ ਹੈ ਜੀ, ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਇਹਨਾਂ ਉੱਤੇ ਦਇਆ ਨਹੀਂ ਸੀ ਕੀਤੀ। ਪਰੰਤੂ ਦੀਪ ਸਿੰਘ ਦਾ ਬਚਨ ਜੋਤ ਸਰੂਪ ਹੋ ਕੇ ਵੀ ਕਦੀ ਮੰਨ ਲੈਂਦੇ ਸਨ ਜੀ। ਇਸ ਤਰ੍ਹਾਂ ਪਰਮਾਤਮਾ ਆਪਣਾ ਕੰਮ ਛੇਤੀ ਚਲਾ ਰਿਹਾ ਹੈ।
ਇਸੇ ਤਰ੍ਹਾਂ ਬਚਨ ਤਾਂ ਬਹੁਤ ਹਨ, ਪਰੰਤੂ ਲਿਖਣ ਦੀ ਪੂਰਨ ਸਮਰੱਥਾ ਨਹੀਂ। ਹੁਣ ਬੇਨਤੀ ਕਿ ਜਦੋਂ ਸੱਚੇ ਪਾਤਸ਼ਾਹ ਦਇਆ ਕਰਨਗੇ ਅਤੇ ਆਪ ਦੇ ਦਰ ਉੱਤੇ ਲਿਆਉਣਗੇ, ਕਿ ਆਪ ਦੇ ਦਰ ਤੇ ਲੈ ਆਉਣਗੇ, ਦਇਆ ਜਦੋਂ ਮੇਰੇ ਤੇ ਕਰਨਗੇ, ਲਿਆਉਣਗੇ, ਫਿਰ ਆਪ ਜੀ ਦੇ ਦਰਸ਼ਨ ਕਰਕੇ ਦਿਲ ਨੂੰ ਸ਼ਾਂਤ ਆਵੇਗੀ। ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਆਪ ਨੇ ਵੀ ਦਇਆ ਰੱਖਣੀ। ਮੈਂ ਆਪ ਜੀ ਦਾ ਬਾਲ ਬੁੱਧਹੀਨ ਸੇਵਕ ਹਾਂ ਜੀ, ਬੁੱਧਹੀਨ ਸੇਵਕ ਹਾਂ ਜੀ। ਹੋਰ ਮੈਨੂੰ ਇੱਕ ਚਿੱਠੀ ਅਮੀਸ਼ਾ ਤੋਂ ਆਈ ਸੀ, ਜਿਸ ਵਿੱਚ ਉਹਨਾਂ ਆਪਣੇ ਬੱਚੇ ਦੇ ਗਵਾਚਣ ਦਾ ਹਾਲ ਲਿਖਿਆ ਸੀ। ਮੈਂ ਇਸ ਤਰ੍ਹਾਂ ਕਦੀ ਲਿਖ ਸਕਦਾ ਹਾਂ ਕਿ ਹੁਣ ਇੱਥੇ ਹੈ ਜਾਂ ਉੱਥੇ ਹੈ। ਉਹਨਾਂ ਪੁੱਛਿਆ ਵੀ ਸੱਚੇ ਪਾਤਸ਼ਾਹ ਦੱਸੋ ਸਾਡਾ ਬੱਚਾ ਹੁਣ ਕਿੱਥੇ ਹੋਊਗਾ, ਗਵਾਚ ਗਿਆ। ਤੇ ਮਹਾਰਾਜ ਜੀ ਕਹਿੰਦੇ ਵੀ ਅਮੀਸ਼ਾ ਤੋਂ ਚਿੱਠੀ ਆਈ ਤੇ ਮੈਂ ਥੋੜੀ ਲਿਖ ਸਕਦਾ ਵੀ ਬੱਚਾ ਤੁਹਾਡਾ ਇੱਥੇ ਹੋਊਗਾ ਜਾਂ ਉੱਥੇ ਹੋਊਗਾ, ਕਿਉਂਕਿ ਮੈਂ ਕੋਈ ਜੋਤਸ਼ੀ ਤੇ ਹੈ ਨਹੀਂ। ਕਰਨ ਵਾਲੀ ਅਤੇ ਬੁੱਝਣ ਵਾਲੀ ਜੋਤ ਹੈ। ਵੇਖੋ ਕਿੱਡਾ ਵੱਡਾ ਬਚਨ ਹੈ। ਬੁੱਝਣ ਵਾਲੀ ਜੋਤ ਹੈ ਕਿ ਬੁੱਝਣ ਵਾਲੀ ਦੀ ਜੋਤ ਹੈ ਸਭ ਕੁਝ, ਦੱਸਣ ਵਾਲੀ ਤੇ ਮੈਂ ਤੈਨੂੰ ਕੀ ਦੱਸ ਸਕਦਾ। ਤੇ ਸਾਡੇ ਵੀ ਕਈ ਜਾਂਦੇ ਮੈਂ ਤੇਰੇ ਹੱਥ ਰੱਖ ਦੇਣਾ, ਤੇਰੇ ਤੈਨੂੰ ਅਗਲੇ ਪਿਛਲੇ ਜਨਮ ਦਾ ਆਪਣਾ ਪਤਾ ਨਹੀਂ ਮੇਰਾ ਜਨਮ ਕੀ ਹੋ ਸਕਦਾ। ਤੇ ਮੈਂ ਨਿੰਦਿਆ ਨਹੀਂ ਕਿਸੇ ਦੀ ਕਰ ਰਿਹਾ, ਲੇਕਿਨ ਜੇ ਕੂੜ ਸੰਗਤ ਜਾਂ ਤੇ ਉਹਦੇ ਤੇ ਬੋਲਣਾ ਕੋਈ ਪਾਪ ਨਹੀਂ ਗਾ। ਜੇ ਕੂੜਾ ਸੰਗਤ 'ਚ ਫੈਲ ਰਿਹਾ ਕੂੜ, ਤੇ ਉਹਨੂੰ ਸਾਫ਼ ਕਰਨ ਦੀ ਵੀ ਡਿਊਟੀ ਹੈ। ਪਾਤਸ਼ਾਹ ਵੇਖੋ ਕੀ ਮਨੌਤ ਕਰਾ ਰਹੇ, ਸਾਨੂੰ ਮੰਨਣ ਵਾਸਤੇ ਬਾਣੀ ਵੀ ਇਹੋ ਸੰਦੇਸ਼ ਦੇ ਰਹੀ ਹੈ। ਉਹ ਦੇਹ ਤੋਂ ਨਿਰਾਲੀ ਹੈ। ਮਹਾਰਾਜ ਕਹਿੰਦੇ ਜੋਤ ਪਾਤਸ਼ਾਹ ਦੀ ਦੇਹ ਤੋਂ ਨਿਰਾਲੀ ਆ, ਵੱਖਰੀ ਆ, ਉਹਦੀ ਨਿਰਾਲੀ ਖੇਡ ਹੈ, ਦੇਹ ਤੋਂ ਨਿਰਾਲੀ ਹੈ। ਇਸ ਵਾਸਤੇ ਮੈਂ ਕੋਈ ਜਵਾਬ ਨਹੀਂ ਦਿੱਤਾ, ਕੁਛ ਨਹੀਂ ਲਿਖਿਆ ਉਹਨਾਂ ਨੇ ਤੁਹਾਡਾ ਬੱਚਾ ਕਿੱਥੇ। ਨਾਲੇ ਮੈਨੂੰ ਹੀ ਸੱਚੇ ਪਾਤਸ਼ਾਹ ਲਿਖਦੇ ਹਨ। ਪਾਤਸ਼ਾਹ ਕਹਿੰਦੇ ਮਹਾਰਾਜ ਪੂਰਨ ਸਿੰਘ ਜੀ, ਨਾਲੇ ਮੈਨੂੰ ਹੀ ਚਿੱਠੀ ਤੇ ਸੱਚੇ ਪਾਤਸ਼ਾਹ ਲਿਖੀ ਜਾਂਦੇ ਆ ਸਿੱਖ। ਇਸ ਵਾਸਤੇ ਮੈਂ ਕੋਈ ਜਵਾਬ ਨਹੀਂ ਦਿੱਤਾ। ਨਾਲੇ ਮੈਨੂੰ ਹੀ ਸੱਚੇ ਪਾਤਸ਼ਾਹ ਲਿਖਦੇ ਹਨ। ਕਿੱਡੇ ਭੁਲੇਖੇ ਹਨ, ਕਿੱਡੇ ਭੁਲੇਖੇ 'ਚ ਪਏ ਹੋਏ ਆ ਸਾਰੇ। ਮੈਂ ਕਈ ਦਿਨ ਸੱਚੇ ਪਾਤਸ਼ਾਹ ਅੱਗੇ ਬੇਨਤੀਆਂ ਕਰਦਾ ਰਿਹਾ ਕਿ ਮੈਨੂੰ ਬਖਸ਼ ਲੈਣਾ ਜੀ, ਕਿਉਂਕਿ ਜਿਹੜੀ ਸਿੱਖ ਦੀ ਬੇਨਤੀ ਹੋਵੇ ਪਾਤਸ਼ਾਹ ਦੀ ਜੋਤ ਨੂੰ ਮੁੱਖ ਰੱਖ ਕੇ ਲਿਖਣੀ ਚਾਹੀਦੀ ਹੈ ਜੀ। ਪੂਰਨ ਸਿੰਘ ਕਰਕੇ ਨਹੀਂ ਲਿਖਣਾ ਚਾਹੀਦਾ, ਸਾਰੀ ਸੰਗਤ ਨੂੰ ਦੱਸ ਦੇਣਾ ਜੀ। ਇਸ ਸਾਡੇ ਵਾਸਤੇ ਆ, ਸਿੱਖਣ ਵਾਸਤੇ। ਇਹ ਚਾਰ ਜੋ ਚਿੱਠੀਆਂ ਜਿਹੜੀਆਂ ਰਹਿਣੀਆਂ ਪੜੀਆਂ ਵੀ ਜਾਣੀਆਂ। ਸੱਚੇ ਪਾਤਸ਼ਾਹ ਲਿਖ ਕੇ ਭੇਜਿਆ ਤੇ ਮੈਂ ਕਈ ਦਿਨ ਸੱਚੇ ਪਾਤਸ਼ਾਹ ਅੱਗੇ ਬੇਨਤੀਆਂ ਕਰਦੇ ਰਿਹਾ ਕਿ ਮੈਨੂੰ ਬਖਸ਼ ਲੈਣਾ, ਕਿ ਮੈਨੂੰ ਸੱਚੇ ਪਾਤਸ਼ਾਹ ਬਖਸ਼ ਲਿਓ। ਇਹ ਮੈਨੂੰ ਹੀ ਸੱਚੇ ਪਾਤਸ਼ਾਹ ਲਿਖੀ ਜਾਂਦੇ, ਤੁਹਾਡੀ ਜੋਤ ਨੂੰ ਨਹੀਂ ਮੁੱਖ ਰੱਖ ਕੇ ਚਿੱਠੀ ਲਿਖਦੀ। ਤੇ ਮੈਂ ਕਈ ਦਿਨ ਮਹਾਰਾਜ ਕਹਿੰਦੇ ਬਖਸ਼ਾਉਂਦਾ ਰਿਹਾ ਆਪਣਾ, ਮੈਨੂੰ ਸੱਚੇ ਪਾਤਸ਼ਾਹ ਲਿਖੀ ਜਾਂਦੇ। ਸਿੱਖ ਦੀ ਬੇਨਤੀ ਹੋ ਜਿਹੜੀ ਸਿੱਖ ਦੀ, ਕਿਉਂਕਿ ਜਿਹੜੀ ਸਿੱਖ ਦੀ ਬੇਨਤੀ ਹੋਵੇ ਪਾਤਸ਼ਾਹ ਦੀ ਜੋਤ ਨੂੰ ਮੁੱਖ ਰੱਖ ਕੇ ਲਿਖਣੀ ਚਾਹੀਦੀ ਹੈ ਜੀ। ਪੂਰਨ ਸਿੰਘ ਕਰਕੇ ਨਹੀਂ ਲਿਖਣਾ ਚਾਹੀਦਾ, ਸਾਰੀ ਸੰਗਤ ਨੂੰ ਦੱਸ ਦੇਣਾ ਜੀ। ਇਹ ਸਾਰੀ ਸੰਗਤ ਵਾਸਤੇ ਹੁਕਮ ਹੈ। ਮਹਾਰਾਜ ਕਹਿੰਦੇ ਦੱਸ ਦਿਓ ਸਾਰੀ ਸੰਗਤ ਨੂੰ। ਇਸ ਤਰ੍ਹਾਂ ਮੈਂ ਗੁਨਾਹਗਾਰ ਹੁੰਦਾ ਹਾਂ ਜੀ, ਕਿ ਤੁਸੀਂ ਜੇ ਇਦਾਂ ਲਿਖੋਗੇ ਤੇ ਮੈਂ ਫਿਰ ਗੁਨਾਹਗਾਰ ਹਾਂ, ਮੈਂ ਗੁਨਾਹਗਾਰ ਹਾਂ ਇਹਦੇ ਵਿੱਚ। ਮੈਂ ਕੁਝ ਨਹੀਂ ਹਾਂ ਜੀ, ਜੋ ਕੁਛ ਹੈ ਪਾਤਸ਼ਾਹ ਆਪ ਤੇ ਉਹਨਾਂ ਦੀ ਜੋਤ ਹੈ। ਮਹਾਰਾਜ ਕਹਿੰਦੇ ਮੈਂ ਕੁਛ ਵੀ ਨਹੀਂ, ਜੋ ਕੁਛ ਆ ਪਾਤਸ਼ਾਹ ਆਪ ਆ ਤੇ ਉਹਨਾਂ ਦੀ ਜਿਹੜੀ ਜੋਤ ਆ ਉਹੀ ਸਭ ਕੁਛ। ਮੇਰੇ ਉੱਤੇ ਉਹਨਾਂ ਦੀ ਦਇਆ ਹੈ, ਇਸੇ ਤਰ੍ਹਾਂ ਹਮੇਸ਼ਾ ਰੱਖਣ ਦੀ। ਮੈਨੂੰ ਲੱਲੀਆਂ ਤੋਂ ਅਤੇ ਅੱਗੇ ਅਹਿਮਦਪੁਰੋਂ ਖੱਤ ਆਏ ਸਨ, ਜਵਾਬ ਦੇ ਦਿੱਤਾ ਹੈ ਜੀ। ਪ੍ਰੇਮ ਸਿੰਘ ਅਤੇ ਬੇਬੇ ਕਰਮੋਂ ਦੀ ਵੀ ਬੁੱਗਿਆਂ ਤੋਂ ਚਿੱਠੀ ਆਈ ਸੀ। ਸੇਵਕ ਵੱਲੋਂ ਬਾਬਾ ਮਣੀ ਸਿੰਘ, ਭਗਵਾਨ ਸਿੰਘ, ਦਲੀਪ ਸਿੰਘ, ਉਦਮ ਸਿੰਘ ਸਾਰਿਆਂ ਕੋ ਨਮਸਕਾਰ ਪ੍ਰਵਾਨ ਹੋਏ। ਮਾਤਾ ਸਾਹਿਬਾਨ ਨਾਰਾਇਣ ਕੌਰ, ਭਜਨੋਂ ਗੁਰਦੇਵ ਕੌਰ ਕੋ ਨਮਸਕਾਰ ਪ੍ਰਵਾਨ ਹੋਏ। ਬੇਬੇ ਮੰਗੋ, ਬੇਬੇ ਹਰਬੰਸ ਕੌਰ, ਵੀਰ ਕੌਰ, ਬੇਬੇ ਮੇਜੋ, ਬੇਬੇ ਕਰਤਾਰੀ ਕੋ ਸਤਿ ਸ੍ਰੀ ਅਕਾਲ। ਤੇਜਾ ਸਿੰਘ, ਇੰਦਰ ਸਿੰਘ, ਮੁਖਾ ਸਿੰਘ ਕੋ ਫਤਿਹ ਪ੍ਰਵਾਨ ਹੋਵੇ। ਪ੍ਰਤਾਪ ਸਿੰਘ ਦੀ ਸਿਹਤ ਦਾ ਹੁਣ ਪਤਾ ਦੇਣਾ ਜੀ, ਵੀ ਬਾਬੇ ਮਹਾਨਾਮ ਸਿੰਘ ਉਹਨਾਂ ਦੇ ਸੁਪੁੱਤਰ। ਬੀਬੀ ਕਰਤਾਰੀ ਦੀ ਸਿਹਤ ਦਾ ਵੀ ਪਤਾ ਦੇਣਾ, ਹੁਣ ਆਰਾਮ ਹੈ ਕਿ ਨਹੀਂ ਜੀ। ਕਾਕਿਆਂ ਨੂੰ ਪਿਆਰ, ਬੇਬੇ ਮੇਜੋ ਦਾ ਦੌਰਾ ਰੁਕਿਆ ਹੈ ਕਿ ਨਹੀਂ।
ਬਹੁਤੀ ਛੇਤੀ ਲਿਖਣਾ, ਕਿਉਂਕਿ ਹੁਣ ਪਤਾ ਦੇਣ ਦਾ ਸਮਾਂ ਹੈ ਜੀ। ਅੱਗੇ ਚਿੱਠੀ ਉਰਦੂ 'ਚ ਹੈ। ਚਲੋ ਇੰਨੀਆਂ ਆਪਾਂ ਚਿੱਠੀਆਂ ਪੜ੍ਹੀਆਂ।